या दोस्तों कुछ हफ्ते ਆਪਾਂ ਇੰਜ ਵੀ ਪੜਿਆ ਜਾ ਸਕਦਾ ਸਾਹਿਤ ਦੇ ਤਹਿਤ ਕਾਲਮ ਦੇ ਤਹਿਤ ਕੁਝ ਕਾਵ ਕਿਤਾਬਾਂ ਦੀ ਗੱਲ ਕਰਦੇ ਰਹੇ। ਜ਼ਰੂਰੀ ਸੀ ਉਹਨਾਂ ਕਿਤਾਬਾਂ ਬਾਰੇ ਗੱਲਾਂ ਕਰਨੀਆਂ, ਮੇਰੇ ਖਿਆਲ ਦੇ ਨਾਲ ਜ਼ਰੂਰੀ ਸੀ। ਪਰ ਇਸ ਹਫਤੇ ਫਿਰ ਮੈਂ ਆਪਣੀ ਉਹ ਸਾਰੀ ਗੇਜ ਨੂੰ ਵੀ ਤੋੜ ਦੇਣਾ ਚਾਹੀਦਾ ਤੇ ਆਲੇ ਦੁਆਲੇ ਹੋ ਵਾਪਰ ਰਹੇ ਕੁਝ ਹੋਰ ਅੱਛੇ ਕੰਮ ਨੂੰ ਮੇਰੇ ਖਿਆਲ ਦੇ ਨਾਲ ਲੈਣ ਦਾ ਇਰਾਦਾ ਬਣਦਿਆਂ ਮੈਂ ਹਰਕੀਰਤ ਕੌਰ ਚਹਿਲ ਹੋਰੀ ਨੇ, ਸਾਡੇ ਸਤਿਕਾਰਯੋਗ ਨਾਮ ਹੈ ਉਹਨਾਂ ਦਾ। ਜੇ ਮੈਂ ਪ੍ਰਵਾਸੀ ਕੁਛ ਜਿਹੜੀਆਂ ਬੀਬੀਆਂ ਸਾਡੀਆਂ ਲਿਖ ਰਹੀਆਂ ਨੇ ਉਹਨਾਂ ਦੇ ਵਿੱਚੋਂ ਬਲਵੀਰ ਕੌਰ ਸੰਘੇੜਾ ਹੋਰੀ ਬੜੇ ਸੀਨੀਅਰ ਨਾਮ ਨੇ ਉਹਨਾਂ ਦੇ, ਹੈ ਨਾ। ਫਿਕਸ਼ਨ ਦੇ ਵਿੱਚ ਸੁਰਜੀਤ ਹੋਰਾਂ ਦੀ ਪਾਰਲੇ ਪੁਲ ਹੁਣੇ ਕਹਾਣੀਆਂ ਦੀ ਕਿਤਾਬ ਆਈ ਹੈ, ਗੁਰਮੀਤ ਪਨਾਗ ਹੋਰੀ ਲਿਖਦੇ ਨੇ। ਤਾਂ ਇਹਨਾਂ ਕੁਝ ਨਾਵਾਂ ਦੇ ਵਿੱਚ ਹੀ ਹਰਕੀਰਤ ਕੌਰ ਚਹਿਲ ਹੋਰਾਂ ਦਾ ਐਜ਼ ਨੋਵਲਿਸਟ ਜਿਹੜਾ ਨਾਮ ਹੈ ਕਹਾਣੀਆਂ ਦੇ ਤੌਰ 'ਤੇ, ਨਾਵਲ ਦੇ ਤੌਰ ਦੇ ਉੱਤੇ, ਤਾਂ ਉਨੀ ਗੋਲਣਯੋਗ ਕੁਝ ਰਚਨਾਵਾਂ ਉਹਨਾਂ ਦੀ ਆਈਆਂ। ਉਹਦੇ ਵਿੱਚੋਂ ਜਿਹੜੀ ਤਾਜ਼ਾ ਨਾਵਲ ਹੈ ਆਦਮ ਗ੍ਰਹਿਣ, ਅੱਜ ਇਸ ਨਾਵਲ 'ਤੇ ਆਪਾਂ ਗੱਲ ਕਰਾਂਗੇ। ਦੋ ਤਿੰਨ ਕਾਰਨ ਨੇ ਇਹਦੇ। ਇੱਕ ਤੇ ਜਿਵੇਂ ਤੁਸੀਂ ਨਾਮ ਤੋਂ ਹੀ ਦੇਖ ਲਿਆ ਹੋਏਗਾ ਕਿ ਆਦਮ ਗ੍ਰਹਿਣ ਉਹਨਾਂ ਕਿੰਨਰਾਂ ਦੀ ਲਾਈਫ ਦੇ ਉੱਤੇ, ਉਹਨਾਂ ਥਰਡ ਜੈਂਡਰ ਜਿਨ੍ਹਾਂ ਦੀਆਂ ਲੜਾਈਆਂ ਸੰਘਰਸ਼ਾਂ ਦੀਆਂ ਗਾਥਾਵਾਂ ਨੇ ਮੇਰੇ ਪਾ, ਉਹਨਾਂ ਦੀ ਜ਼ਿੰਦਗੀ, ਉਹਨਾਂ ਦੀਆਂ ਇਮੋਸ਼ਨਸ, ਉਹਨਾਂ ਦੀਆਂ ਫੀਲਿੰਗਸ, ਉਹਨਾਂ ਦੇ ਇਕਲਾਪੇ, ਉਹਨਾਂ ਦੀਆਂ ਕੁਝ ਚਾਨਣੀਆਂ, ਕੁਝ ਮਨੁੱਖੀ ਵਿਹਾਰ, ਉਹਨਾਂ ਦਾ ਕਿਆ ਮੋਹ, ਔਰ ਕਿਵੇਂ ਇੱਕ ਆਦਮੀ ਦੇ ਸਰੀਰ 'ਚ ਫਾਥੀਆਂ ਔਰਤਾਂ ਜਾਂ ਔਰਤਾਂ ਦੇ ਸਰੀਰ 'ਚ ਫਾਥਿਆ ਆਦਮੀ, ਉਹ ਸਾਰੀ ਜਿਹੜੀ ਛਿੱਦਤ ਹੈ ਉਹਦੇ ਅਹਿਸਾਸ ਇੱਕਦਮ ਤੁਹਾਡੇ ਅੰਦਰ ਜਾਗ ਜਾਂਦੇ ਨੇ। ਇਹ ਕਿਤਾਬ ਮੇਰੇ ਜਿਸ ਵੇਲੇ ਮੈਂ ਇਹਦੇ ਬਾਰੇ ਵਿਚਾਰਨਾ ਸ਼ੁਰੂ ਕੀਤਾ ਤਾਂ ਦੋ ਤਿੰਨ ਗੱਲਾਂ ਮੇਰੇ ਮਨ 'ਚ ਆਈਆਂ, ਕਿਉਂਕਿ ਮੈਂ ਅਰੁੰਧਤੀ ਰਾਏ ਹੋਰਾਂ ਦਾ ਨਾਵਲ ਦ ਮਿਨਿਸਟਰੀ ਆਫ ਅਟਮੋਸਟ ਹੈਪੀਨੈਸ, ਜਿਹਨੂੰ ਮੰਗਲੇਸ਼ ਡਬਰਾਲ ਹੋਰਾਂ ਨੇ ਹਿੰਦੀ ਦੇ ਵਿੱਚ ਅਪਾਰ ਖੁਸ਼ੀ ਕਾ ਘਰਾਨਾ, ਇਹ ਕਿਤਾਬ ਬੜੀ ਵੱਡੀ ਕਿਤਾਬ ਹੈ, ਪਰੰਤੂ ਇਹਦਾ ਚੌਥਾ ਭਾਗ ਜਿਹੜਾ ਹੈ ਜਿੱਥੋਂ ਸਟਾਰਟ ਹੁੰਦੀ ਹੈ ਉਹ ਇਹਨਾਂ ਕਿੰਨਰਾਂ ਦੀ ਲਾਈਫ 'ਤੇ ਔਰ ਇੰਨੀ ਡੈਪਥ ਦੇ ਵਿੱਚ ਜਾ ਕੇ ਉਹਨੇ ਜਿਵੇਂ ਹਾਏ 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 ਉਹ ਕਹਿੰਦੀ ਕਿ ਉਹਦੀ ਤਾੜੀ ਨੇ ਉਹਦੀ ਤਾੜੀ ਦੀ ਜਿਹੜੀ ਭਾਸ਼ਾ ਹੈ, ਜਿਸ ਭਾਸ਼ਾ 'ਚ ਉਹਦੀ ਤਾੜੀ ਵੱਜਦੀ ਆ, ਉਹਨੇ ਗਾਲ ਕੱਢਣੀ ਸਿੱਖ ਲਈ ਆ। ਕਿ ਇਹਨੂੰ ਕਿਹੜੀ ਗਾਲ ਕੱਢਣੀ, ਉਹ ਤਾੜੀ ਵਜਾਉਂਦੀ ਆ ਅਤੇ ਉਹਨੂੰ ਗਾਲ ਨਿਕਲਦੀ ਆ। ਔਰ ਉਹਨਾਂ ਦੇ ਥਰੂ ਅਰੁੰਧਤੀ ਨੇ ਜਿਸ ਤਰੀਕੇ ਸਿਸਟਮ ਨੂੰ ਗਾਲੀ ਕੱਢੀ ਉਸ ਤਾੜੀ ਦੇ ਵਿੱਚ, ਔਰ ਕਿਵੇਂ ਉਹ ਪਿੱਠ ਦੇਖ ਕੇ ਦੱਸ ਦਿੰਦੀ ਹੈ ਕਿ ਉਹਦਾ ਗਾਣਾ ਕੋਈ ਸੁਣ ਰਿਹਾ ਹੈ, ਜਾਂ ਉਹਦੀਆਂ ਇੰਨੀਆਂ ਡਿਟੇਲਸ, ਇੰਨੀਆਂ ਸ਼ੇਡਸ, ਇੰਨੇ ਜ਼ਿਆਦਾ ਗਹਿ ਗੱਚ ਲਾਈਫ, ਔਰ ਉਹਦੇ ਪੈਸ਼ਨ, ਉਹਦਾ ਸਾਰੇ ਦਾ ਸਾਰਾ ਵਿਹਾਰ ਜੀਵਨ, ਔਰ ਉਹਦਾ ਕਬਰਸਤਾਨ 'ਚ ਜਾ ਕੇ ਉੱਥੇ ਉਹ ਰਹਿਣਾ, ਉੱਥੇ ਉਹਨਾਂ ਦੇ ਨਾਲ ਦੇ ਕਰੈਕਟਰ, ਮਾਈ ਗॉड ਤੁਸੀਂ ਸੋਚ ਵੀ ਨਹੀਂ ਸਕਦੇ। ਅਰੁੰਧਤੀ ਰਾਏ ਨੇ ਇੰਨੀਆਂ ਡਿਟੇਲਸ, ਸ਼ੇਡਸ, ਇੰਨੀਆਂ ਕਾਲੀਆਂ, ਇੰਨੀਆਂ ਭੂਰੀਆਂ, ਇੰਨੀਆਂ ਸ਼ੇਡਸ ਉਹਨਾਂ ਦੀਆਂ ਦਿੱਤੀਆਂ ਹੋਈਆਂ ਨੇ ਕਿ ਤੁਸੀਂ ਉਹਨਾਂ ਬਾਰੇ ਸੋਚਦਿਆਂ ਤੁਸੀਂ ਮਤਲਬ ਵਰੇ ਲੰਘ ਜਾਂਦੇ ਨੇ ਉਸ ਪਾਤਰ ਦੇ ਤੁਹਾਡੇ ਅੰਦਰ। ਤਾਂ ਇਹ ਚੈਲੰਜ ਸੀ। ਮੈਂ ਕਿਹਾ ਯਾਰ ਹਰਕੀਰਤ ਹੋਰਾਂ ਨੇ ਕੀ ਕੀਤਾ ਹੋਏਗਾ। ਸੈਕਿੰਡ, ਬਹੁਤਾ ਨਹੀਂ ਪਰ ਨੂਰੀ ਕਹਾਣੀ ਲਿਖ ਕੇ ਅਨੀਮਨ ਸਿੰਘ ਹੋਰਾਂ ਨੇ ਵੀ ਸਾਡੇ ਮਨ 'ਚ ਤਰੰਗਾਂ ਜਿਹੀਆਂ ਇਹਨਾਂ ਲੋਕਾਂ ਦੀ ਜ਼ਿੰਦਗੀ ਨੂੰ ਲੈ ਕੇ, ਇਹਨਾਂ ਲੋਕਾਂ ਦੀ ਸੋਚ ਨੂੰ ਲੈ ਕੇ, ਇਹਨਾਂ ਲੋਕਾਂ ਦੇ ਮਾਨਵੀ ਵਿਹਾਰ ਨੂੰ ਲੈ ਕੇ ਇੱਕ ਸਾਡੇ ਮਨ 'ਚ ਉਹਨੇ ਵੀ ਇੱਕ ਸਵਾਲ ਜਿਹਾ, ਥੋੜ੍ਹੀ ਜਿਹੀ ਸੰਵੇਦਨਾ ਜਗਾਈ ਹੋਈ ਸੀ। ਐਵੇਂ ਪ੍ਰਯੋਗ ਜਿਵੇਂ ਹੁੰਦੇ ਆ। ਮੈਂ ਕਹਿ ਰਿਹਾ ਸੀਗਾ ਤਾਂ ਪ੍ਰਗਟ ਸਿੰਘ ਸਤੌਜ ਸਾਡੇ ਨਾਵਲਕਾਰ ਨੇ, ਤੀਵੀਆਂ ਨਾਵਲ ਮੈਂ ਹੀ ਲਕੀਰ ਵਿੱਚ ਉਹਨਾਂ ਦਾ ਯਕਮੁਸ਼ਤ ਇੱਕੋ ਹੀ ਕਿਸ਼ਤ ਦੇ ਵਿੱਚ ਛਾਪਿਆ ਸੀ, ਜਿਹਨੇ ਵਾਹਵਾ ਚਰਚਾ ਖੱਟੀ। ਉਸ ਤੋਂ ਬਾਅਦ ਉਹਦੇ ਜਿੰਨੇ ਵੀ ਨਾਵਲ ਆਏ ਨੇ ਬਹੁਤ ਹਲਕੇ ਨੇ, ਪਰ ਇੱਕ ਨਾਚ ਫਰੋਸ਼ ਉਹਨੇ ਕੀਤਾ ਪ੍ਰਯੋਗ।
ਉਹਨੇ ਉਹ ਜਿਹੜੀਆਂ ਕੁੜੀਆਂ ਡਾਂਸਰ ਨੇ ਗਾਇਕਾਂ ਦੇ ਨਾਲ ਜਾਂ ਡੀਜੇ ਦੇ ਨਾਲ ਡਾਂਸਰ ਜਾਂ ਉਹਨਾਂ ਦੀ ਲਾਈਫ ਨੂੰ ਲੈ ਕੇ ਸਟੱਡੀ ਕਰਕੇ ਨਾਵਲ ਲਿਖਣ ਦੀ ਕੋਸ਼ਿਸ਼ ਕੀਤੀ। ਮੈਂ ਪੜ੍ਹਨ ਦੀ ਕੋਸ਼ਿਸ਼ ਕੀਤੀ, ਮੇਰੇ ਕੋਲ ਪੜ੍ਹਿਆ ਨਹੀਂ ਗਿਆ। ਕਈ ਵਾਰੀ ਸਾਹਿਤ ਨਹੀਂ ਹੁੰਦਾ ਹੈ, ਉਹੋ ਜਿਹੀ ਗੱਲ ਮੈਨੂੰ ਲੱਭੀ ਉਹਦੇ ਵਿੱਚੋਂ। ਕੀ ਜਾਣਾ ਮੈਂ ਕੌਣ, ਹਰਪਿੰਦਰ ਰਾਣਾ ਮੇਰੀ ਵੱਡੀ ਭੈਣ ਆ, ਬੜੀ ਅੱਛੇ ਉਹ ਹਿਰਦੇ ਦੀ ਮਾਲਕ ਹੈ, ਪਰ ਉਹਨਾਂ ਨੇ ਵੀ ਕਿੰਨਰਾਂ ਦੀ ਲਾਈਫ ਨੂੰ ਲੈ ਕੇ ਇਹ ਨਾਵਲ ਲਿਖਿਆ। ਮੈਂ ਇਹ ਨਾਵਲ ਪੜ੍ਹ ਨਹੀਂ ਸਕਿਆ, ਮੈਂ ਅਜੇ ਖਰੀਦਿਆ ਨਹੀਂ, ਮੈਂ ਪੜ੍ਹਾਂਗਾ ਜ਼ਰੂਰ। ਪਰ ਮੈਂ ਦੇਖ ਰਿਹਾ ਸੀਗਾ ਕਿ ਪੰਜਾਬੀ ਦੇ ਵਿੱਚ ਜੇ ਪ੍ਰਯੋਗ ਹੋ ਰਹੇ ਨੇ ਇਸ ਤਰੀਕੇ ਦੇ ਸਟੱਡੀ ਬੇਸ ਜਾਂ ਉਸ ਸੰਵੇਦਨਾ ਨੂੰ ਸਮਝਦਿਆਂ, ਤਾਂ ਹਰਕੀਰਤ ਹੋਰਾਂ ਦਾ ਨਾਵਲ ਤੇ ਮੈਂ ਜ਼ਰੂਰ ਇਹਨੂੰ ਪੜ੍ਹਨ ਦੇ ਮੈਂ ਕਿਹਾ ਮੈਂ ਪੜ੍ਹਨਾ ਚਾਹਾਂਗਾ, ਤੇ ਮੈਨੂੰ ਮਿਲਿਆ ਤੇ ਮੈਂ ਪੜ੍ਹਿਆ ਨਾਵਲ। ਤੇ ਗੱਲ ਕਰਨ ਤੋਂ ਪਹਿਲਾਂ ਮੈਂ ਨਾ ਚਹਿਲ ਮੇਰੇ ਲਈ ਬੜਾ ਕਿਉਂਕਿ ਮੈਂ ਹਿਸਟਰੀ ਦਾ ਕਲਚਰਲ ਐਂਥਰੋਪੋਲੋਜੀ ਦਾ ਸਟੂਡੈਂਟ ਹਾਂ, ਮੇਰਾ ਆਪਣਾ ਇੱਕ ਵਸੀਹ ਖੇਤਰ ਹੈ ਜਿਨ੍ਹਾਂ ਦੇ ਉੱਤੇ ਮੈਂ ਸਟੱਡੀ ਕਰਦਾ ਰਹਿਣਾ, ਪੜ੍ਹਦਾ ਰਹਿਣਾ। ਤਾਂ ਚਹਿਲ ਆਣ ਕੇ ਮੇਰੇ ਮਨ 'ਚ ਕਿਤੇ ਅਟਕ ਜਾਇਆ ਕਰਦੇ ਸੀਗੇ। ਮੈਂ ਨਾਥ ਜੋਗੀਆਂ 'ਤੇ ਬਹੁਤ ਕੰਮ ਕੀਤਾ। ਪਿਛਲੇ ਮਹੀਨੇ ਦੇ ਵਿੱਚ ਲਾਕਡਾਊਨ ਦੇ ਦੌਰਾਨ ਹੀ ਲਾਇਲਪੁਰ ਯੰਗ ਹਿਸਟੋਰੀਅਨ ਕਲੱਬ ਪਾਕਿਸਤਾਨ ਦੇ ਵਿੱਚ ਤੌਹੀਦ ਹੋ ਰਹੀ ਔਰ ਖੋਲਾ ਚੀਮਾ ਹੋ ਰਹੀ, ਐਡੇ ਬਹੁਤ ਹੀ ਆਲਾ ਕਿਸਮ ਦੇ ਇੰਟੈਲੈਕਚੁਅਲ ਵਧੀਆ ਲੋਕ, ਉਹਨਾਂ ਨੇ ਸ਼ੁਰੂ ਕੀਤਾ। ਤੇ ਉਸ ਸੀਰੀਜ਼ ਦੇ ਵਿੱਚ ਉਹਨਾਂ ਨੇ ਮੇਰੇ ਕੋਲੋਂ ਵੀ ਨਾਥ ਦੇ ਬਾਰੇ ਦੇ ਵਿੱਚ ਮੇਰਾ ਲੈਕਚਰ ਵੀ ਸੀ। ਬਾਅਦ ਦੇ ਵਿੱਚ 4-5 ਕਿਸ਼ਤਾਂ ਦੇ ਵਿੱਚ ਨਾਥ ਬਾਣੀ ਦੇ ਉੱਤੇ ਕਲਿੱਪਸ 15-15 20-20 ਮਿੰਟ ਦੀਆਂ ਕਲਿੱਪਸ ਉਹਨਾਂ ਦੀਆਂ ਔਨਲਾਈਨ ਤੁਸੀਂ ਦੇਖ ਸਕਦੇ ਆ। ਤਾਂ ਉਸੇ ਲੜੀ ਦੇ ਵਿੱਚ ਉਹਨਾਂ ਨੇ ਨੈਣ ਸੁੱਖ ਹੋਰਾਂ ਦੇ ਨਾਲ ਗੱਲਬਾਤ ਇੱਕ ਜਿਹੜੀ ਸੀਗੀ ਉਹ ਪਾਈ। ਨੈਣ ਸੁੱਖ ਹੋਰੀ ਜਿਸ ਵੇਲੇ ਹਵਾਲਾ ਦੇ ਰਹੇ ਸੀ ਨਾਥਾਂ ਦਾ, ਤਾਂ ਉਹ ਕਿਵੇਂ ਦੱਸ ਰਹੇ ਸੀ ਕਿ ਨਾਥਾਂ ਦੇ ਵਿੱਚ ਜਾਣ ਵਾਲੇ ਜਿਹੜੇ ਲੋਕ ਸੀਗੇ ਉਹ ਦਲਿਤ ਸ਼੍ਰੇਣੀਆਂ 'ਚੋਂ ਜ਼ਿਆਦਾ ਸੀ, ਸ਼ੂਦਰ ਅਨਟੱਚੇਬਲਾਂ 'ਚੋਂ, ਉਹਨਾਂ ਲੋਕਾਂ ਦੇ ਵਿੱਚੋਂ, ਉਹ ਬਾਲਮੀਕ ਭਾਈਚਾਰੇ ਦੇ ਵਿੱਚੋਂ, ਉਹ ਅੱਜ ਕੱਲ੍ਹ ਅਸੀਂ ਇੱਥੇ ਉਹ ਰਵਿਦਾਸੀਆ ਭਾਈਚਾਰਾ ਕਹਿੰਦੇ ਆ, ਪਰ ਉਹ ਚਮਾਰ ਭਾਈਚਾਰਾ ਜਿਹੜੇ ਉਹ ਜੁੱਤੀਆਂ ਬਣਾਉਣ ਦਾ ਕੰਮ ਕਰਦੇ ਸੀ, ਚਮੜੇ ਦਾ ਕੰਮ ਕਰਦੇ ਸੀ, ਕਿ ਉਹਨਾਂ ਗੱਗੜਾਂ ਦੇ ਵਿੱਚੋਂ ਜਾਂ ਹੋਰ ਉਹ ਦੱਸਦੇ ਨੇ ਛੋਟੀਆਂ ਸੋ ਕਾਲਡ ਛੋਟੀਆਂ ਜਾਤਾਂ। ਪਰ ਉਹ ਕਹਿੰਦੇ ਕੋਈ ਜੱਟ ਵੀ ਨਾਥਾਂ ਤੇ ਜੋਗੀਆਂ ਦੇ ਵਿੱਚ ਗਏ ਨੇ ਔਰ ਉਹ ਚਹਿਲ ਜੱਟ ਸੀਗੇ। ਮੇਰੇ ਮਨ 'ਚ ਬੜਾ, ਮੈਂ ਕਿਹਾ ਯਾਰ ਇਹ ਹੈ ਕੋਈ ਨਾ ਕੋਈ ਚਹਿਲ ਕਿਤੇ ਨਾ ਕਿਤੇ ਨਾਥਾਂ ਜੋਗੀਆਂ ਜਾਂ ਉਹਨਾਂ ਸਿੱਧਾਂ ਦੇ ਨਾਲ ਖੜੇ। ਤਾਂ ਮੈਨੂੰ ਫਿਰ ਜੋਗੀ ਪੀਰ ਦਿਖਿਆ, ਜਿਹੜਾ ਜੋਗੀ ਪੀਰ ਮੁਗਲਾਂ ਦੇ ਨਾਲ ਟੱਕਰ ਲੈਂਦਾ ਆ, ਉਹਦੀ ਸਾਰੀ ਹਿਸਟਰੀ ਹੈ ਔਰ ਥਾਂ ਦੇ ਵਿੱਚ ਉਹ ਚਹਿਲ ਗੋਤਰ ਦੇ ਦਾਈ ਜੱਟ ਹੈ ਉਹ, ਔਰ ਉਹ ਜੋਗੀ ਹੈ, ਔਰ ਉਹਦੀਆਂ ਲੜਾਈਆਂ ਵੀ ਨੇ, ਔਰ ਉਹਦੇ ਜੋਗ ਦੀਆਂ ਵੀ ਔਰਲ ਹਿਸਟਰੀ ਕਹਿ ਲਈਏ ਉਹਨੂੰ, ਉਹਦਾ ਮਿੱਥ ਕਹਿ ਲਈਏ, ਸਾਖੀਆਂ ਕਹਿ ਲਈਏ, ਸਾਨੂੰ ਬਹੁਤ ਮਿਲਦੀਆਂ। ਤੇ ਫਿਰ ਮੈਂ ਦੇਖ ਰਿਹਾ ਕਿ ਉਹਦੇ ਹਵਾਲੇ ਦੇ ਨਾਲ ਹੀ ਚਹਿਲਾਂ ਦੇ ਕੁਝ ਮਾਨਤਾਵਾਂ ਨੇ। ਤਾਂ ਡੈਂਜ਼ਲ ਐਵਿਟਸਨ ਹੋਰੀ ਨਾਰਦਰਨ ਵੈਸਟਰਨ ਪ੍ਰੋਵਿੰਸਿਸ ਦੇ ਕਾਸਟ ਦੇ ਉਹਨਾਂ ਦੀਆਂ ਰਿਚੁਅਲਸ, ਉਹਨਾਂ ਦੀਆਂ ਮਨੌਤਾਂ ਬਾਰੇ। ਡੈਂਜ਼ਲ ਐਵਿਟਸਨ ਵਾਜ਼ ਗਵਰਨਰ ਜਨਰਲ ਆਫ ਪੰਜਾਬ ਡਿਊਰਿੰਗ 1912 ਦੇ ਕਰੀਬ ਦਾ ਪੀਰੀਅਡ ਹੈ ਜਿਸ ਵੇਲੇ ਉਹ ਸਾਰਾ ਰਿਸਰਚ ਕਰਵਾ ਰਹੇ ਸੀਗੇ। ਤਾਂ ਉਹ ਜੋਗੀ ਪੀਰ ਦੀ ਗੱਲ ਕਰਦੇ ਨੇ ਚਹਿਲ ਗੋਤ, ਜੱਟ ਗੋਤ ਜਿਹੜਾ ਚਹਿਲ ਹੈ ਉਹਦੇ ਹਵਾਲੇ ਦੇ ਨਾਲ। ਤੇ ਉਹ ਕਹਿੰਦੇ ਨੇ ਕਿ ਉਹ ਕਿਤਿਓਂ ਪਰੀ ਵਿਆਹ ਕੇ ਲਿਆਇਆ ਹੋਇਆ ਸੀ, ਔਰ ਉਹ ਪਰੀ ਉਹਦੇ ਨਾਲ ਸ਼ਰਤ ਇਹ ਸੀ ਕਿ ਉਹਨੂੰ ਕੋਈ ਮਾੜਾ ਲਫ਼ਜ਼ ਨਹੀਂ ਕਹੇਗਾ। ਉਹਦੇ ਬੱਚੇ ਨੇ, ਉਹ ਸਾਰਾ ਹੈ। ਫਿਰ ਇੱਕ ਦਿਨ ਪਤਾ ਨਹੀਂ ਕਿਸੇ ਗੁੱਸੇ 'ਚ ਉਹਦੇ ਕੋਲੋਂ ਮਾੜਾ ਲਫ਼ਜ਼ ਬੋਲਿਆ ਜਾਂਦਾ ਹੈ ਉਸ ਪਰੀ ਨੂੰ, ਔਰ ਕਹਿੰਦੇ ਨੇ ਮਿੱਥ ਹੈ ਕਿ ਉਹ ਪਰੀ ਘਰ ਦੇ ਮੋਗੇ ਥਾਣੀ, ਜਿਹੜਾ ਘਰਾਂ ਦੇ ਵਿੱਚ ਛੱਤ 'ਚ ਮੋਗਾ ਰੱਖਿਆ ਹੁੰਦਾ ਸੀਗਾ, ਮੇਰੇ ਖਿਆਲ ਨਾਲ ਉਹ ਰੌਸ਼ਨੀ ਲਈ ਵੀ ਸੀ, ਤੇ ਉੱਪਰ ਫਸਲਾਂ ਸੁੱਕਣੀਆਂ ਪਾ ਦੇਣੀਆਂ, ਜੇ ਮੀਂਹ ਹਨੇਰੀ ਆਉਣਾ ਤਾਂ ਫਸਲਾਂ ਮੋਗੇ ਥਾਣੀ ਅੰਦਰ ਸੁੱਟ ਲੈਣੀਆਂ। ਇਹੋ ਜਿਹੇ ਕਈ ਕਾਰਜ ਵੀ ਮੋਗੇ ਤੋਂ, ਉਹ ਮੋਗੇ ਥਾਣੀ ਉੱਡ ਗਈ। ਔਰ ਉਸ ਤੋਂ ਬਾਅਦ ਕਹਿੰਦੇ ਮਨੌਤ ਹੈ ਕਿ ਚਹਿਲ ਜਿਹੜੇ ਆ ਇੱਕ ਤੇ ਔਰਤ ਨੂੰ ਮੰਦਾ ਨਹੀਂ ਬੋਲਦੇ, ਮਾੜਾ ਲਫ਼ਜ਼ ਨਹੀਂ ਕਹਿੰਦੇ, ਦੂਸਰਾ ਉਹ ਮੋਗਾ ਨਹੀਂ ਰੱਖਦੇ, ਪਤਾ ਨਹੀਂ ਉਹ ਬੀਵੀ ਉੱਡ ਨਾ ਜਾਵੇ ਕਿਤੇ ਉਹ ਪਰੀ ਦੇ ਰੂਪ ਦੇ ਵਿੱਚ। ਚਹਿਲ ਗੋਤਰ ਦੇ ਜੱਟ ਇਹ ਮਨੌਤਾਂ ਨੇ। ਮੈਂ ਪਿੰਡਾਂ ਦੇ ਵਿੱਚ ਚਹਿਲ ਉਹਦੀ ਸਟੱਡੀ ਕਰਨ ਗਿਆ ਤਾਂ ਮੈਨੂੰ ਇਹ ਗੱਲਾਂ ਵੀ ਲੱਭੀਆਂ। ਔਰ ਉਹਨਾਂ ਦੇ ਪਰਿਵਾਰਾਂ ਦੇ ਵਿੱਚ ਖਾਸ ਇਹ ਵੀ ਸੀ ਕਿ ਉਹ ਭਾਵੇਂ ਬੇਦੀ ਦੇ ਫੇਰੇ ਲੈ ਲੈਣ ਜਾਂ ਗੁਰੂ ਗ੍ਰੰਥ ਸਾਹਿਬ ਦੇ ਦੁਆਲੇ ਉਹ ਲਾਵਾਂ ਪੜ੍ਹ ਲੈਣ, ਪਰੰਤੂ ਜਦ ਤੱਕ
ਜੋਗੀ ਪੀਰ ਦੀ ਜਿੱਥੇ ਮਟੀ ਪਿੰਡਾਂ ਦੇ ਵਿੱਚ ਉਹਨਾਂ ਦੇ ਜਿੱਥੇ ਜਿੱਥੇ ਬਹੁਤਾਤ ਚਹਿਲ ਹਨ, ਉਹਦੀ ਮਟੀ ਦੇ ਦੁਆਲੇ ਜਾਂ ਉਹ ਜਗ੍ਹਾ ਸਥਾਨ ਜਿਹੜਾ ਉਹਨਾਂ ਦਾ ਬਣਾਇਆ ਹੁੰਦਾ ਉਹਦੇ ਦੁਆਲੇ ਉਹ ਫੇਰੇ ਨਾ ਲੈ ਲੈਣ ਤਾਂ ਉਹਨਾਂ ਦਾ ਵਿਆਹ ਸੰਪੂਰਨ ਨਹੀਂ ਮੰਨਿਆ ਜਾਂਦਾ। ਕਈ ਤਾਂ ਮੇਰੇ ਖਿਆਲ ਨਾਲ ਬੱਚੇ ਪੈਦਾ ਹੋ ਜਾਣ ਤੋਂ ਬਾਅਦ ਵੀ ਵੱਡੇ ਵੱਡੇ ਹੋ ਜਾਣ ਤੇ ਬਾਅਦ ਵਿੱਚ ਫੇਰੇ ਲੈਂਦੇ ਨੇ, ਕੁਛ ਇਸ ਤਰੀਕੇ ਦੀਆਂ ਮਨੌਤਾਂ ਚਹਿਲਾਂ ਨੂੰ ਲੈ ਕੇ। ਪਰ ਮੈਨੂੰ ਲੱਗਦਾ ਸੀਗਾ ਵੀ ਕਿਤੇ ਨਾ ਕਿਤੇ ਚਿੰਤਨ ਪਰੰਪਰਾ ਦੇ ਨਾਲ ਚਹਿਲ ਗੋਤਰ ਦੇ ਜੱਟਾਂ ਦਾ ਜੜਾਓ ਜਿਹੜਾ ਹੈ ਉਹ ਮੈਨੂੰ ਹਰਕੀਰਤ ਹੋਰਾਂ ਵੱਲ ਕਿਤੇ ਖਿੱਚ ਕੇ ਲੈ ਗਿਆ ਹਿਸਟਰੀ ਦੇ ਵਿੱਚ। ਉਹ ਸਾਰੀ ਦੀ ਸਾਰੀ ਕਲਚਰਲ ਹਿਸਟਰੀ ਜਿਹੜੀ ਹੈ, ਸੱਭਿਆਚਾਰਕ ਹਿਸਟਰੀ, ਤਾਂ ਵੀ ਮੇਰੇ ਮਨ ਸੀ ਕਿ ਇਹ ਚਹਿਲ ਕਿਵੇਂ ਸੋਚਦੀ ਆ। ਔਰ ਵਾਕਈ ਜੋਗੀਆਂ ਵਾਂਗ ਕਿਤੇ ਕਿਤੇ ਤੁਹਾਨੂੰ ਉਹ ਫਕੀਰਾਂ ਵਾਂਗ ਸੋਚਦੀ ਚਹਿਲ ਨਜ਼ਰ ਆਉਂਦੇ। ਸਾਡੇ ਤਾਂ ਵੱਡੇ ਭੈਣ ਜੀ ਨੇ, ਉਹ ਮੈਨੂੰ ਬੜਾ ਅੱਛਾ ਉਹਨਾਂ ਦਾ ਲਿਟਰੇਚਰ ਦੇ ਵਿੱਚੋਂ। ਹੁਣ ਆਦਮ ਗ੍ਰਹਿਣ ਨਾਵਲ ਹੈ, ਕਿੰਨਰਾਂ ਦੀ ਲਾਈਫ 'ਤੇ ਨਾਵਲ ਹੈ, ਉਹਦੀ ਸਮਾਜਿਕ ਮਾਨਤਾ ਦੇ ਉੱਤੇ ਸੋਚ ਹੈ। ਤਾਂ ਉਹ ਹੌਲੀ ਹੌਲੀ ਕਿਵੇਂ ਉਹਨਾਂ ਦੇ ਪਤਾ ਨਹੀਂ ਮਨ ਦੇ ਵਿੱਚ ਕਿਤੇ ਨਾ ਕਿਤੇ ਵੇਦਨਾ ਸੰਵੇਦਨਾ, ਉਹ ਜਿਵੇਂ ਇਸ ਨਾਵਲ ਦੀ ਸ਼ੁਰੂਆਤ ਤੋਂ ਪਹਿਲਾਂ ਵੀ ਗੱਲ ਕਰਦੇ ਨੇ, ਤਾਂ ਉਹ ਸਾਰਾ ਤੁਹਾਨੂੰ ਉਹਨਾਂ ਦਾ ਉਹ ਦ੍ਰਵਿਤ ਹੋ ਜਾਣਾ ਇਹਨਾਂ ਲੋਕਾਂ ਪ੍ਰਤੀ, ਜਾਂ ਕਿਤੇ ਨਾ ਕਿਤੇ ਟੱਸ ਦੀ ਆਵਾਜ਼ ਉਹਨਾਂ ਦੇ ਅੰਤਰ ਮਨ 'ਚੋਂ ਆਉਂਦੀ ਤੁਹਾਨੂੰ ਲੱਭਦੀ ਹੈ। ਉਹਨਾਂ ਦੇ ਪਹਿਲੇ ਨਾਵਲਾਂ ਦੇ ਵਿੱਚ ਵੀ ਹਵਾਲਾ ਇਸ ਤਰੀਕੇ ਦਾ ਲੱਭ ਜਾਂਦਾ। ਔਰ ਇਸ ਤਰੀਕੇ ਦਾ ਥੋੜ੍ਹਾਂ ਦੇ ਫੁੱਲ ਹੀ, ਮੈਂ ਠੀਕ ਹੀ ਨਾਂ ਲੈ ਰਿਹਾ ਉਹਨਾਂ ਦੇ ਨਾਵਲ ਦਾ, ਉਹਦੇ ਵਿੱਚੋਂ ਤੁਹਾਨੂੰ ਲੱਭ ਪੈਂਦਾ ਕਿ ਇਹ ਕੋਈ ਹੋਰ ਨਾਵਲ ਲਿਖਣਗੇ। ਉਹਨਾਂ ਨੇ ਪਾਕਿਸਤਾਨ 'ਚ ਆਪਣੀ ਇੰਟਰਵਿਊ ਦੌਰਾਨ ਇੱਕ ਮੁਲਾਕਾਤ ਦੇ ਵਿੱਚ ਵੀ ਇਸ ਗੱਲ ਦਾ ਜ਼ਿਕਰ ਕੀਤਾ ਕਿ ਉਹ ਮੇਰੇ ਦੋਸਤਾਂ ਨੇ, ਉਹਨਾਂ ਦੇ ਦੋਸਤਾਂ ਨੇ ਵੀ ਉਹਨਾਂ ਨੂੰ ਕਿਹਾ ਕਿ ਤੇਰੇ ਕੋਲ ਇੱਕ ਹੋਰ ਨਾਵਲ ਇਹਦੇ ਵਿੱਚੋਂ ਦੀ ਫੁੱਟਦਾ ਨਜ਼ਰ ਆ ਰਿਹਾ, ਜਿਹੜਾ ਮੁੜ ਕੇ ਆਦਮ ਗ੍ਰਹਿਣ ਨਾਵਲ ਬਣਦਾ ਆ। ਤਾਂ ਮੈਂ ਦੇਖ ਰਿਹਾ ਸੀਗਾ ਕਿ ਇਹਨਾਂ ਲੋਕਾਂ ਬਾਰੇ ਸੋਚਦੇ ਹਾਂ, ਆਮ ਅਸੀਂ ਜਦੋਂ ਸੋਚਦੇ ਹਾਂ, ਜਾਂ ਆਮ ਜਿਹਦੇ ਵਿੱਚੋਂ ਇਹ ਕਸ਼ਟ ਭੋਗਦੇ ਨੇ, ਜਿਹੜੀ ਇੱਕ ਲੰਬੀ ਹਿਸਟਰੀ ਦੇ ਵਿੱਚੋਂ ਦੀ ਇਹ ਲੰਘ ਕੇ ਆਉਂਦੇ ਨੇ, ਸਮਾਜਿਕ ਮਨੌਤਾਂ ਦੇ ਵਿੱਚ ਆਉਂਦੇ ਨੇ, ਫਿਰ ਕਿਵੇਂ ਉਹਨਾਂ ਦਾ ਇੱਕ ਵੱਖਰਾ ਸਮਾਜ ਬਣਦਾ ਹੈ। ਸਾਡੇ ਕੋਲ ਰਾਮਾਇਣ ਤੋਂ ਲੈ ਕੇ ਮਹਾਭਾਰਤ ਤੋਂ ਲੈ ਕੇ ਰਿਖੀ ਹੋਰਾਂ ਦਾ ਨਾਵਲ ਵੀ ਸੀ, ਸ਼ਿਖੰਡੀ ਹੋਰਾਂ ਦੇ ਉੱਤੇ। ਤਾਂ ਬਹੁਤ ਸਾਰੇ ਐਸੇ ਕਰੈਕਟਰ ਨੇ ਸਾਡੇ ਕੋਲ ਉਰਦੂ ਲਿਟਰੇਚਰ ਦੇ ਵਿੱਚ, ਬਹੁਤ ਸਾਰੇ ਐਸੇ ਕਰੈਕਟਰ ਨੇ। ਬੜੀ ਰਿਸਰਚ ਹੋਈ ਹੈ ਉਰਦੂ ਲਿਟਰੇਚਰ ਦੇ ਇਸ ਪੱਖ ਤੋਂ ਲੈ ਕੇ, ਕਿਵੇਂ ਉਹ ਰਾਜੇ ਰਾਣਿਆਂ ਦੇ ਮਹਿਲਾਂ ਦੇ ਵਿੱਚ ਉਹਨਾਂ ਦੀਆਂ ਰਾਣੀਆਂ ਦੇ ਮਹਿਲਾਂ ਦੇ ਦਰਬਾਰੀ ਜਾਂ ਬਾਡੀਗਾਰਡ ਵਾਂਗ ਉਹ ਕਿਵੇਂ ਕੰਮ ਕਰਦੇ ਸੀਗੇ ਸਾਰੇ ਦੇ ਸਾਰੇ। ਬੜੀ ਇੱਕ ਲੰਬਾ ਇਤਿਹਾਸ ਹੈ ਉਹਨਾਂ ਸਾਰਿਆਂ ਦਾ। ਹਿੰਦੀ ਦੇ ਵਿੱਚ ਬਹੁਤ ਸਾਰਾ ਕਾਰਜ ਮਿਲ ਜਾਂਦੇ ਆ। ਤਾਂ ਹਰਕੀਰਤ ਹੋਰੀ ਜਿਸ ਤਰੀਕੇ ਉਹਨਾਂ ਨੂੰ ਸੋਚਦੇ ਆ, ਮੈਂ 2-3 ਪੜਾਅ ਲਿਖ ਰਿਹਾ ਸੀ ਜਿਵੇਂ ਉਹ ਡਿਫਾਈਨ ਕਰਦੇ ਨੇ ਆਪਣੇ ਮਨ ਦੇ ਵਿੱਚ। ਤਾਂ ਤੁਸੀਂ ਉਹਦੇ ਮਨ ਦੀ ਪੋਇਟਰੀ, ਉਹਦੇ ਮਨ ਦੇ ਵਲਵਲੇ, ਜਾਂ ਉਹਦੇ ਮਨ ਦੀ ਸੰਵੇਦਨਾ, ਤੁਸੀਂ ਇੱਕ ਰਾਈਟਰ ਦੇ ਮਨ ਦੀ ਵੇਦਨਾ ਸੰਵੇਦਨਾ ਜਿਹੜੀ ਹੈ ਤੁਹਾਡੇ ਸਾਹਮਣੇ ਪ੍ਰਗਟ ਹੋ ਜਾਂਦੀ ਹੈ। ਉਹਨੂੰ ਕਹਿੰਦੇ ਜੀ ਇਹ ਰੱਬ ਦੀ ਨਸਲ ਦੇ ਲੋਕ ਨੇ। ਦੇਖੋ ਕੈਸਾ ਡਿਫਾਈਨ ਹੈ ਕਿ ਇਹ ਦੁਆਵਾਂ ਦਿੰਦੇ ਲੋਕ, ਉਹ ਮੋਹ ਨਾਲ ਭਰੇ ਹੋਏ ਲੋਕ, ਉਹ ਆਪਾਂ ਤੋੜ ਕੇ, ਆਪਣਾ ਆਪਾ ਝੰਬ ਕੇ, ਆਪਣਾ ਆਪਾ ਮਾਰ ਕੇ, ਆਪਣੀਆਂ ਵੇਦਨਾਵਾਂ ਨੂੰ ਕਿੱਲ ਕਰਕੇ ਉਹ ਸਮਾਜ ਦੇ ਵਿੱਚ ਕਿਵੇਂ ਦੂਸਰਿਆਂ ਨੂੰ ਮੋਹ ਵੰਡਦੇ ਨੇ, ਜਾਂ ਦੂਸਰਿਆਂ ਨੂੰ। ਹੁਣ ਇਹਦੇ ਵਿੱਚ ਹੀ ਜਿਹੜੀ ਅਮੀਰਾਂ, ਬਾਅਦ ਦੇ ਵਿੱਚ ਮੀਰਾਂ ਕਰੈਕਟਰ ਬਣਦੀ ਹੈ, ਮੰਗਤ ਰਾਮ ਦਾ ਇੱਕ ਹਟਵਾਣੀਆਂ ਉਹਦੇ ਇਸ਼ਕ 'ਚ ਪੈ ਜਾਂਦਾ ਆ। ਔਰ ਉਹ ਜਿਹੜੀ ਇਹਦੀ ਮਾਰਮਿਕ ਉਹਨਾਂ ਦੇ ਉਹ ਡਾਇਲੋਗ ਨੇ, ਉਹ ਕਹਿੰਦੀ ਸਾਨੂੰ ਇਹ ਸੁਪਨੇ ਨਾ ਦਿਖਾ ਤੂੰ, ਜਾਂ ਉਹ ਕਹਿੰਦੀ ਜੇ ਤੂੰ ਮੇਰੇ ਇੰਨੇ ਮੂੰਹ 'ਚ ਫਾਤਾ, ਉਸ ਵਜ੍ਹਾ ਨਾਲ ਗੱਲ ਕਰਦੀ ਹੈ ਵੀ ਜੇ ਉਹ ਮੇਰੇ ਮੂੰਹ 'ਚ ਇੰਨਾ ਫਾਤਾ ਹੈ, ਇੰਨਾ ਫਸਿਆ ਹੈ, ਇੰਨਾ ਮੁਹੱਬਤ ਕਰਦਾ ਹੈ ਮੈਨੂੰ ਕਿ ਉਹ ਆਪਣੇ ਸਾਰੇ ਛਿੱਕੇ 'ਤੇ ਟੰਗ ਸਕਦਾ ਆ। ਉਹ ਕਹਿੰਦਾ ਵੀ ਮੈਂ ਦੁਨੀਆਦਾਰੀ ਨੂੰ ਤੇ ਮੈਂ ਤੈਨੂੰ ਮੁਹੱਬਤ ਕਰਦਾ, ਤੂੰ ਇਜ਼ਹਾਰ ਇਹਦਾ। ਤਾਂ ਉਹ ਕਹਿੰਦੀ ਕਿ ਮੈਂ ਇੰਨੀ ਸੈਲਫਿਸ਼ ਨਹੀਂ ਆ ਕਿ ਇੰਨਾ ਮੈਨੂੰ ਪਿਆਰ ਕਰਨ ਵਾਲੇ ਬੰਦੇ ਦੀ ਲਾਈਫ ਨੂੰ ਦੁੱਭਰ ਬਣਾ ਦੇਵਾਂ, ਜੀਣਾ ਹਰਾਮ ਕਰ ਦਿੰਦੀ ਸੋਸਾਇਟੀ। ਜਿਸ ਤਰੀਕੇ ਦੀ ਅਸੀਂ ਸਮਾਜ ਦੇ ਵਿੱਚ ਰਹਿੰਦੇ ਹਾਂ, ਜਿੱਥੇ ਸੰਵੇਦਨਾ ਨਹੀਂ, ਜਿੱਥੇ ਵੇਦਨਾ ਨਹੀਂ, ਜਿੱਥੇ ਕਿਸੇ ਮਨੁੱਖ ਨੂੰ ਮਨੁੱਖ ਨਹੀਂ ਸਮਝਿਆ ਜਾਂਦਾ, ਉਸੇ ਥਰਡ ਜੈਂਡਰ ਦੇ ਨਾਲ ਜਿਸ ਤਰੀਕੇ ਦਾ ਵਿਹਾਰ ਕੀਤਾ ਜਾਂਦਾ ਹੈ, ਈਵਨ ਮਾਪਿਆਂ ਦੁਆਰਾ। ਇਹ ਗੱਲ ਦਰਸਾਉਣ ਖਾਤਰ ਚਹਿਲ ਹੋਰੀ ਇੱਕ ਸੀਨ ਦਿਖਾਉਂਦੇ ਨੇ
ਇਹਦੇ ਵਿੱਚ ਹੈ ਇਹ ਜਿਸ ਵੇਲੇ ਮੀਰਾ ਆਪ ਫਿਰ ਇੱਕ ਡੇਰੇ ਤੋਂ ਦੂਸਰੇ ਡੇਰੇ ਤੇ ਚਲੀ ਜਾਂਦੀ ਹੈ ਔਰ ਉੱਥੇ ਆਪ ਥੋੜੀ ਦੇਖ ਰੇਖ ਇਹਦੀ ਹੇਠ ਸਾਰਾ ਕਾਰਜ ਚੱਲ ਰਿਹਾ ਹੁੰਦਾ ਹੈ ਤਾਂ ਉਹ ਇੱਕ ਲੇਡੀ ਡਾਕਟਰ ਜਿਹਦੇ ਨਾਲ ਉਹਦੇ ਖਾਸਾ ਨੇੜਤਾ ਹੈ ਤਾਂ ਉਹ ਡਾਕਟਰ ਇੱਕ ਦਿਨ ਉਹਨੂੰ ਸੱਦਦੀ ਹੈ ਤੇ ਉਹ ਪਹਿਲਾਂ ਤਾਂ ਹੈਰਾਨ ਹੁੰਦੀ ਹੈ। ਦੁਸਹਿਰੇ ਵਾਲਾ ਦਿਨ ਹੈ, ਉਹਨਾਂ ਦੇ ਹਸਪੀਟਲ 'ਚ ਵੱਡੇ ਆਪਰੇਸ਼ਨ ਨਾਲ ਬੱਚਾ ਪੈਦਾ ਹੋਇਆ ਹੈ ਜਿਹੜਾ ਕਿੰਨਰ ਹੈ, ਜਿਹੜਾ ਮੁੰਡਾ ਜਾਂ ਕੁੜੀ ਨਹੀਂ ਥਰਡ ਜੈਂਡਰ ਹੈ। ਤਾਂ ਉਹਦੀ ਮਾਂ ਅਜੇ ਬੇਹੋਸ਼ ਹੈ ਪਰੰਤੂ ਉਹਦੇ ਹੋਸ਼ ਆਉਣ ਤੋਂ ਪਹਿਲਾਂ ਉਸ ਬੱਚੇ ਦਾ ਬਾਪ ਔਰ ਉਹਦੀ ਦਾਦੀ ਉਹ ਬੱਚੇ ਨੂੰ ਫਟਾਫਟ ਕਿਸੇ ਨਾ ਕਿਸੇ ਤਰੀਕੇ ਇਹਨਾਂ ਦੇ ਡੇਰੇ ਵਾਸਤੇ ਲੈ ਕੇ ਜਾਣ ਲਈ ਕਾਲੇ ਪਏ ਹੋਏ ਨੇ। ਉਹ ਡਾਕਟਰ ਦੇ ਨਾਲ ਉਹ ਸਾਰੀ ਸਲਾਹ ਕਰਕੇ ਇੱਕਦਮ ਕਿ ਉਹਦੇ ਹੋਸ਼ 'ਚ ਆਉਣ ਤੋਂ ਪਹਿਲਾਂ ਆਲੇ ਦੁਆਲੇ ਪਤਾ ਲੱਗਣ ਤੋਂ ਪਹਿਲਾਂ ਹੀ ਉਹ ਬੱਚਾ ਜਿਵੇਂ ਗਾਇਬ ਕਰ ਦੇਣਾ ਹੋਵੇ। ਔਰ ਉਹ ਮੀਰਾ ਜਿਸ ਵੇਲੇ ਲੈ ਕੇ ਜਾਂਦੀ ਆ ਔਰ ਉਹਦੀ ਹੋਣੀ ਨੂੰ ਘੜਦਿਆਂ ਦਿਖਾਉਂਦਿਆਂ ਔਰ ਉਹ ਕਿਵੇਂ ਜਿਵੇਂ ਉਹ ਮਾਂ ਬਣ ਗਈ ਹੋਵੇ, ਉਹਦੇ ਮਨ ਦੀ ਖੁਸ਼ੀ ਔਰ ਉਹਦੇ ਬੱਚੇ ਦਾ ਗ੍ਰਹਿਣ ਕਰਨਾ ਔਰ ਅਸਲੀ ਮਾਪਿਆਂ ਦਾ ਪਿਓ ਦਾ ਤੇ ਦਾਦੀ ਦਾ ਉਸ ਬੱਚੇ ਨੂੰ ਇਉਂ ਦੁਤਕਾਰਨਾ ਕਹੀਏ, ਇਉਂ ਸੁੱਟਣਾ ਕਹੀਏ, ਇਉਂ ਉਹਦੇ ਤੋਂ ਨਫ਼ਰਤ ਕਹੀਏ, ਕੀ ਕਹਿ ਸਕਦੇ ਉਹਨੂੰ, ਉਹਦੇ ਲਈ ਕੋਈ ਬਣਿਆ ਹੀ ਨਹੀਂ ਮੇਰੇ ਖਿਆਲ ਦੇ ਨਾਲ, ਲਫ਼ਜ਼ ਹੀ ਨਹੀਂ ਹੈਗਾ। ਇਹੋ ਜਿਹੀ ਭਾਵਨਾ, ਇੰਨੀ ਗਿਰਾਵਟ ਵਾਲੀ ਭਾਵਨਾ, ਇੰਨੀ ਅਣਮਨੁੱਖੀ ਜਿਹੜੀ ਹੈ ਉਹ ਤਰਾਸਦੀ ਹੰਡਾਉਂਦਾ ਹੈ ਇਹ ਥਰਡ ਜੈਂਡਰ। ਉਹਨੇ ਗਾਂ ਕਿਹਦੇ ਕੋਲ ਜਾਣਾ ਕਿਹਦੇ ਨਹੀਂ, ਹਾਲਾਂਕਿ ਉਹ ਇੰਨੇ ਮੋਹਵੰਤੇ ਨੇ। ਉਹਨਾਂ ਲਈ ਜਿਵੇਂ ਮੈਂ ਕਿਹਾ ਉਹਨਾਂ ਨੇ ਕਿਹਾ ਰੱਬ ਦੀ ਨਸਲ 'ਚੋਂ, ਫਿਰ ਉਹ ਲੋਕ ਮੋਹਵੰਤੇ ਨੇ ਪਰ ਹਰਕੀਰਤ ਹੁਣੀ ਕਹਿੰਦੇ ਮੋਹ ਸਖਣੇ ਨੇ। ਹੁਣ ਜਿਹੜਾ ਬੱਚਾ ਬਾਪ ਉਸ ਵੇਲੇ ਦੇ ਦੇਣਾ ਚਾਹੁੰਦਾ ਕਿਸੇ ਹਵਾ ਨੂੰ ਵੀ ਬਿੜਕ ਲੱਗੇ ਤੋਂ ਬਗੈਰ, ਉਹ ਮੋਹ ਸਖਣਾ ਹੀ ਹੈ, ਉਹਨੂੰ ਕੀ ਕਵਾਂਗੇ ਆਪਾਂ, ਹੈ ਨਾ। ਸੋ ਹਰਕੀਰਤ ਹੋਰਾਂ ਦੇ ਪਤਾ ਨਹੀਂ ਇੰਨੇ ਦਰਵਿਤ ਹਿਰਦੇ 'ਚੋਂ ਐਸੇ ਫਿਰ ਲਫ਼ਜ਼, ਫਿਰ ਉਹ ਅੱਗੇ ਫਿਰ ਡਿਫਾਈਨ ਉਹਨਾਂ ਦੀ ਲਾਈਫ ਨੂੰ ਡਿਫਾਈਨ ਕਰਦੇ ਆ ਜਿਹੜੀਆਂ ਲਾਈਨਾਂ ਨੇ ਕੁਛ ਲਫ਼ਜ਼ਾਂ ਦੇ ਵਿੱਚ ਬਿਆਨ ਉਹਨਾਂ ਨੇ ਕੀਤਾ। ਜਿਵੇਂ ਉਹ ਲਾਈਫ ਹੈ ਮਾਰੂਥਲ ਦੀ ਤਪਸ਼, ਤੁਸੀਂ ਮਹਿਸੂਸ ਕਰ ਸਕਦੇ ਆ ਉਹਨਾਂ ਦੀ ਜ਼ਿੰਦਗੀ ਨੂੰ ਡਿਫਾਈਨ ਕਰਦਿਆਂ ਮਾਰੂਥਲ ਦੀ ਤਪਸ਼ ਲਫ਼ਜ਼ ਇਸਤੇਮਾਲ ਕੀਤਾ। ਕੰਡਿਆਲੇ ਰਾਹਾਂ ਦੀ ਪੀੜ, ਇਹ ਫਿਕਰੇ ਨੇ ਇਸ ਨਾਵਲ ਦੇ ਵਿੱਚ ਤੁਹਾਨੂੰ ਮਹਿਸੂਸ ਕਰਨ ਲਈ। ਝੱਖੜ ਭਰੀਆਂ ਕਾਲੀਆਂ ਬੋਲੀਆਂ ਰਾਤਾਂ, ਉਹਨਾਂ ਦੀ ਲਾਈਫ ਨੂੰ ਡਿਫਾਈਨ ਕਰਦਿਆਂ, ਜਾਂ ਫਿਰ ਉਹਨਾਂ ਦੇ ਵਿਹਾਰ ਦੇ ਵਿੱਚੋਂ ਕੁਛ ਲੱਭਦੇ ਨੇ, ਉਹ ਕੱਢਦੇ ਨੇ। ਜਿਵੇਂ ਉਹ ਕਹਿੰਦੇ ਸਿਸਕੀਆਂ ਭਰਦੇ, ਇੱਕ ਲਾਪਾ ਹੰਡਾਉਂਦੇ, ਧੁੜਤੁੜੀਆਂ ਲੈਂਦੇ, ਹਮਦਰਦੀ ਦੀ ਗੁਹਾਰ ਪਾਉਂਦੇ, ਜਾਂ ਫਿਰ ਉਹ ਕਿਤੇ ਕਿਤੇ ਰਮਜ਼ਾਂ ਭਰੇ ਬੋਲ ਜਿਨ੍ਹਾਂ ਨੂੰ ਫਿਰ ਉਹ ਜਿਹੜੀ ਮੀਰਾ ਜਿਹੜੀ ਹੈ ਉਹ ਇੱਕ ਉਹ ਬੱਚੀ ਜਿਹੜੀ ਹੈ ਜਨਮੀ ਕਿੰਨਰ ਦੇ ਰੂਪ ਦੇ ਵਿੱਚ ਜਿਹਦੀ ਮਾਂ ਨੇ ਲੁਕੋ ਲਿਆ ਉਹ ਸਾਰੇ ਕਾਸੇ ਨੂੰ, ਪਰ ਹੌਲੀ ਹੌਲੀ ਉਹਦੇ ਹੱਡ ਪੈਰ ਮੋਕਲੇ ਹੋਣ ਲੱਗਦੇ ਆ। ਜਦੋਂ ਵੱਡੀ ਹੁੰਦੀ ਆ ਉਹਦੇ ਘੰਡੀ ਪੈਦਾ ਹੋ ਜਾਂਦੀ, ਉਹਦੇ ਗਲੇ 'ਚੋਂ ਆਵਾਜ਼ ਮਰਦਾਮੀ ਆਉਣੀ ਸ਼ੁਰੂ ਹੋ ਜਾਂਦੀ, ਹੱਥ ਪੈਰ ਖੁੱਲ੍ਹੇ ਨੇ। ਉਹ ਫਿਰ ਕਿਵੇਂ ਸਮਾਜ ਦੇ ਵਿੱਚ ਉਹ ਬੱਚੇ ਕਿਵੇਂ ਉਹਦੇ ਨਾਲ ਜਿਹੜਾ ਹੈ ਉਹਨੂੰ ਛੇੜਦੇ ਨੇ, ਉਹਨੂੰ ਛੱਕਾ ਜਾਂ ਉਹ ਨਾ ਗਨਾ, ਜਾਂ ਉਹਨੂੰ ਕਹਿੰਦੇ ਨੇ ਕਿ ਲੰਬੜਾਂ ਦੇ ਕੱਲ੍ਹ ਨੂੰ ਆਉਣੇ ਆ ਘੁੰਗਰੂਆਂ ਵਾਲੇ, ਤੂੰ ਵੀ ਘੁੰਗਰੂ ਪਾ ਕੇ ਨੱਚੀ। ਕਿਵੇਂ ਈਵਨ ਉਹਦਾ ਭਰਾ ਜਿਹੜਾ ਹੈ ਮੇਰੇ ਖਿਆਲ ਦੇ ਨਾਲ ਬਰਕਤ ਹੈ ਉਹਦਾ ਨਾਮ, ਵੱਡਾ ਭਰਾ ਹੈ ਉਹ, ਕਿਵੇਂ ਉਹਦੇ ਵਿੱਚੋਂ ਆਪਣੀ ਹੇਠੀ ਦੇਖ ਰਿਹਾ ਕਿ ਇਹ ਸਾਡੇ ਘਰ ਕੀ ਜੰਮ ਪਿਆ ਹੈ, ਇਹਦੇ ਨਾਲ ਸਮਾਜ ਦੇ ਵਿੱਚ ਸਾਡਾ ਜਾਂ ਨਮੋਸ਼ੀ ਵਰਗਾ ਅਹਿਸਾਸ ਹੈ। ਹਾਲਾਂਕਿ ਉਹਦੇ ਮਾਂ ਔਰ ਬਾਪ ਦੋਵਾਂ ਦਾ ਸਲਮਾ ਹੈ, ਉਹਦੀ ਮਾਂ ਦਾ ਤਾਂ ਐਸਾ ਅੰਤਰ ਖੋਲ੍ਹਿਆ ਹਰਕੀਰਤ ਹੋਰਾਂ ਨੇ ਕਿ ਤੁਹਾਡੀਆਂ ਧਾਹਾਂ ਨਿਕਲ ਜਾਂਦੀਆਂ ਉਹਦੇ ਧੀ ਨਾਲ ਡਾਇਲਾਗ, ਉਹਦੇ ਨਾਲ ਉਹਨੂੰ ਜਿਵੇਂ ਉਹ ਮਹਿਸੂਸ ਕਰਦੀ ਹੈ। ਫਿਰ ਉਹ ਕਿਵੇਂ ਆਪੇ ਫੈਸਲਾ ਲੈ ਕੇ ਤੇ ਉਹ ਚਲੀ ਜਾਂਦੀ ਹੈ ਕਿੰਨਰਾਂ ਦੇ ਨਾਲ। ਉਹ ਜਿਹੜੀ ਉੱਥੇ ਮਹੰਤਣੀ ਆਉਂਦੀ ਹੈ ਉਹਨਾਂ ਦੇ ਪਿੰਡਾਂ ਦੇ ਵਿੱਚ ਆਲੇ ਦੁਆਲੇ 'ਚੋਂ ਜਿਹਦਾ ਉਹ ਬਿਰਤਾਂਤ ਦੱਸਦੇ ਆ, ਉਹਦੇ ਰਹਿਣ ਸਹਿਣ, ਉਹ ਕਿਵੇਂ ਬੁੱਢੀ ਹੋ ਰਹੀ ਆ, ਕਿਵੇਂ ਉਹ ਆਉਂਦੀ ਆ, ਕਿਵੇਂ ਸੀਸਾਂ ਦਿੰਦੀ ਆ, ਲੋਕਾਂ 'ਚ ਕੀ ਮਨੌਤਾਂ ਨੇ, ਲੋਕ ਕਿਵੇਂ ਮੰਨਦੇ ਨੇ, ਕਿਵੇਂ ਲੰਬੜਦਾਰਨੀ ਵੀ ਆਪਣੇ 2 ਜੋੜੇ ਹੋਏ ਪੋਤਿਆਂ ਦੀ ਖੁਸ਼ੀ ਦੇ ਵਿੱਚ, ਜਾਂ 12 ਘਰ ਨੇ ਆਲੇ ਦੁਆਲੇ ਦੇ ਜਿਨ੍ਹਾਂ ਨੂੰ ਸਾਲ ਭਰ ਹੋ ਗਿਆ ਉਹ ਵਧਾਈ ਲੈਣ ਨਹੀਂ ਆਈ ਹੋਈ, ਤਾਂ ਉਹਨਾਂ ਨੂੰ ਸੱਦਾ ਸਪੈਸ਼ਲ ਦਿੱਤਾ ਜਾਂਦਾ। ਕਿਵੇਂ ਉਹ ਮਰੂਤੀ ਚਾਹੁੰਦੇ, ਚਿੱਟੇ ਰੰਗ ਦੀ ਮਰੂਤੀ, ਕਾਲੇ ਸ਼ੀਸ਼ੇ ਲੱਗੇ ਹੋਏ 5-6 ਜਣੇ, ਔਰ ਉਹਨਾਂ ਦਾ ਸਾਰਾ ਫਿਰ ਉਹ
ਉਹ ਕਿਵੇਂ ਰਹਿੰਦੇ ਸਹਿੰਦੇ ਨੇ, ਕਿਵੇਂ ਉਹਨਾਂ ਦਾ ਜੀਵਨ ਜਾਪਣ ਹੈ, ਕਿੱਥੋਂ ਪੈਸਾ ਆਉਂਦਾ ਕਿੱਥੋਂ ਜਾਂਦਾ, ਨੂਰੀ ਰੇਖਾ ਐਸੇ ਕਰੈਕਟਰ ਦਿਖਾਉਂਦੇ ਆ ਉਹਦੇ ਵਿੱਚੋਂ। ਕਿਆ ਮਾਨਵੀ ਭਾਵ ਨੇ ਉਹਨਾਂ ਦੇ ਜਿਹੜੇ ਉਹ ਕਿਉਂਕਿ ਮਾਪਿਆਂ ਦੇ ਘਰ ਇੰਨੀ ਬੇਗਾਨਗੀ ਮਹਿਸੂਸ ਕਰਨੀ ਸ਼ੁਰੂ ਕਰ ਦਿੱਤੀ। ਇਹਦੇ ਆਪਣੇ ਅੰਤਰ ਦੇ ਵਿੱਚੋਂ ਕਿਤੇ ਉਹ ਘਰ ਇਹਨੇ ਆਪਣੇ ਆਪ ਮਨਜ਼ੂਰ ਕਰ ਲਿਆ, ਔਰ ਸ਼ਾਇਦ ਇਹ ਸਮਝਿਆ ਕਿ ਮੇਰੇ ਮਾਪਿਆਂ ਨੂੰ ਕੀ ਲੋਕ ਤਾਨੇ ਮਾਰਨਗੇ, ਜਾਂ ਉਹ ਜਿਹੜੀ ਖਿੱਚੋ ਤਾਣ ਹੈ, ਉਣਤਰ ਬਣਤਰ ਹੈ ਸਟਾਰਟਿੰਗ ਤੋਂ ਹੀ ਉਹਦੇ ਮਨ 'ਚ। ਤਾਂ ਜਿਵੇਂ ਮੈਂ ਮਾਪਿਆਂ ਦੀ ਗੱਲ ਕਰਦਾ ਹਾਂ ਤੇ ਉਹ ਜਿਸ ਵੇਲੇ ਚਲੀ ਜਾਂਦੀ ਆ, ਇਹ ਹਰਕੀਰਤ ਹੋਰਾਂ ਦਾ ਨਾਵਲ ਹੀ ਇਸ ਸੰਵੇਦਨਾ ਤੋਂ ਸ਼ੁਰੂ ਹੁੰਦਾ ਕਿ ਉਹ ਕੁੜੀ ਚਲੇ ਗਈ ਆ ਤੇ ਮਾਂ-ਬਾਪ ਬੈਠੇ ਨੇ ਉਦਾਸ ਭਾਵਹੀਣ ਜੈ, ਹੁੱਕਾ ਪੀ ਰਿਹਾ ਉਹਦਾ ਬਾਪ, ਤੇ ਸਲਮਾ ਝੂਰ ਰਹੀ ਹੈ ਮਾਂ ਉਹਦੀ। ਮੈਂ ਪਹਿਲੀਆਂ 4 ਲਾਈਨਾਂ ਹੀ ਪੜ੍ਹ ਕੇ ਸੁਣਾਉਣਾ, ਤੁਹਾਡੇ ਰੌਂਗਟੇ ਖੜੇ ਹੋ ਜਾਂਦੇ ਨੇ ਪਹਿਲੀਆਂ 4 ਲਾਈਨਾਂ ਹੀ ਪੜ੍ਹਦੇ ਹਾਂ ਕਿ ਕਿਸ ਸੰਵੇਦਨਾ ਦੇ ਵਿੱਚੋਂ ਇਸ ਨਾਵਲ ਦਾ ਜਨਮ ਹੁੰਦਾ ਆ। ਔਰ ਮੁਕਾਬਲਾ ਕਿਤੇ ਵੀ ਨਹੀਂ ਕੀਤਾ ਜਾ ਸਕਦਾ ਹੁੰਦਾ, ਪਰੰਤੂ ਅਰੁੰਧਤੀ ਰਾਏ ਦੇ ਨਾਵਲ ਦੇ ਵਿੱਚ ਵੀ ਕਿਤੇ ਕਿਤੇ ਐਸੀ ਸੰਵੇਦਨਾ ਜਿਹੜੀ ਤੁਹਾਨੂੰ ਮਤਲਬ ਤੁਹਾਡਾ ਗਲਾ ਰੁੰਧ ਸਕਦਾ, ਤੁਸੀਂ ਭਰ ਸਕਦੇ। ਅਤੇ ਮੈਨੂੰ ਹਰਕੀਰਤ ਹੋਰਾਂ ਦਾ ਵੀ ਵਿੱਚ ਕਿਤੇ ਕਿਤੇ ਐਸੀ ਜਿਹੜੀ ਹੈ, ਕਿਉਂਕਿ ਉਹ ਨਾਵਲ ਪੋਲੀਟੀਕਲ ਹੈ, ਉਹਦੇ ਮਾਇਨੇ ਹੀ ਹੋਰ ਨੇ, ਬਹੁਤ ਭਾਰਤੀ ਗੱਲਾਂ ਨੇ ਉਹਦੇ 'ਤੇ। ਕਿਤੇ ਕਰਾਂਗੇ ਆਪਾਂ ਉਸ ਨਾਵਲ ਬਾਰੇ ਵੀ ਗੱਲਾਂ ਕਰਾਂਗੇ ਆਪਾਂ। ਮੈਨੂੰ ਲੱਗਦਾ ਉਹ 5-6 ਝੁੱਟੀਆਂ 'ਚ ਗੱਲਾਂ ਹੋਣੀਆਂ ਨੇ, ਉਹ ਸੌਖਾ ਨਾਵਲ ਨਹੀਂ ਹੈ। ਪਰੰਤੂ ਸੰਵੇਦਨਾ ਦੇ ਮਾਮਲੇ ਦੇ ਵਿੱਚ ਕਿਤੇ ਕਿਤੇ ਜਦੋਂ ਉਹ ਗੱਲਾਂ ਕਰ ਰਹੇ ਨੇ, ਆਪਣੀ ਉਹਦੀ ਮਾਂ ਕਹਿ ਰਹੀ ਆ, ਕਹਿੰਦੀ ਯਾ ਅੱਲਾ ਉਮਰ ਭਰ ਦੇ ਬਨਵਾਸ 'ਤੇ ਤੁਰ ਗਈ ਨਮੋਰੀ ਜਿਹਨੂੰ ਮੋਹ ਨਹੀਂ ਰਿਹਾ ਸਾਡੇ ਨਾਲ, ਹੁਣ ਬੋਲਦੀ ਵੀ ਨਹੀਂ ਬੌੜਦੀ ਵੀ ਨਹੀਂ, ਨਾ ਹੀ ਮੇਰੇ ਪੱਥਰਾਂ ਵਰਗੇ ਬੋਲਾਂ ਦੀ ਭਿਣਕ ਉਹਦੀਆਂ ਅੱਖਾਂ ਵਿੱਚ ਨਮੀ ਲਿਆ ਸਕੇਗੀ। ਉਂਝ ਤਾਂ ਚੰਗਾ ਹੀ ਹੋਇਆ ਨਾ ਬਰਕਤ ਦੇ ਅੱਬਾ, ਗਿੱਲੀ ਲੱਕੜ ਵਾਂਗ ਧੁਖਦੀ ਚੁੱਪ ਚਪੀਤੀ ਫਿਰਦੀ ਰਹਿੰਦੀ ਸੀ। ਹੁਣ ਮਾਂ ਦੇ ਮਨ ਦੇ ਵਿੱਚ ਜਿਹੜਾ ਹੈ, ਫਿਰ ਉਹ ਅੱਗੇ ਡਾਇਲੋਗ ਹੈ ਉਹਦੇ, ਉਹ ਫਿਰ ਉਹ ਕਹਿੰਦਾ ਕਿ ਘੱਟੋ ਘੱਟ ਸਿਰ ਢੱਕਣ ਲਈ ਛੱਤ ਸੀਗੀ, ਰੋਟੀ ਮਿਲਦੀ ਸੀ। ਤਾਂ ਹਰਕੀਰਤ ਹੋਰੀ ਫਿਰ ਸਵਾਲ ਪੈਦਾ ਕਰਦੇ ਨੇ, ਆਂਦੇ ਵੀ ਸਿਰਫ ਘਰ ਵਿੱਚ ਪਨਾਹ ਦੇਣ ਅਤੇ 2 ਡੰਗ ਟੁੱਕ ਦੇਣ ਨਾਲ ਇਨਸਾਨ ਕਬੂਲਿਆ ਨਹੀਂ ਜਾਂਦਾ। ਇਨਸਾਨ ਦਾ ਕਬੂਲਿਆ ਜਾਣਾ ਜਿਹੜਾ ਆ ਨਾ, ਓ ਮਾਈ ਗॉड, ਇਨਸਾਨ ਦਾ ਕਬੂਲਿਆ ਜਾਣਾ, ਇਹ ਇਸ ਨਾਵਲ ਦੀ ਰੂਹ ਹੈ ਕਿ ਉਹਨੇ ਕਿੱਥੇ ਕਬੂਲਿਆ ਜਾਣਾ, ਜਾਂ ਉਹਨੇ ਕਬੂਲਿਆ ਵੀ ਜਾਣਾ ਜਾਂ ਨਹੀਂ ਕਬੂਲਿਆ ਜਾਣਾ। ਅੱਜ ਅਸੀਂ ਔਰਤ ਦੇ ਇਸ਼ੂ ਨੂੰ ਲੈ ਕੇ, ਔਰਤ ਦੇ ਸਟਰਗਲ ਨੂੰ ਲੈ ਕੇ, ਉਹਦੇ ਕਬੂਲੇ ਜਾਣ ਨੂੰ ਲੈ ਕੇ ਇੰਨੇ ਲੜਾਈ 'ਚ, ਇੰਨੇ ਸੰਘਰਸ਼ 'ਚ ਸਾਡੀਆਂ ਕਵਿਤਰੀਆਂ ਲੋਹੀਆਂ ਲਾਖੀਆਂ ਹੋਈਆਂ ਰੋਜ਼ ਹੀ ਵੈਬੀਨਾਰਾਂ ਦੇ ਵਿੱਚ ਮੈਂ ਦੇਖਦਾ ਹਾਂ। ਤਾਂ ਜਿਹੜੀ ਹਰਕੀਰਤ ਹੈ ਉਹ ਉਹਨਾਂ ਵਾਂਗ ਆਈਸੋਲੇਸ਼ਨ 'ਚ ਰੱਖ ਕੇ ਕਿਸੇ ਵਰਤਾਰੇ ਨੂੰ ਨਹੀਂ ਦੇਖਦੇ। ਨਾਵਲ ਤੁਹਾਨੂੰ ਇਹ ਗੱਲ ਸੁਝਾਉਂਦਾ ਹੈ। ਉਹ ਘੁਮਿਆਰਾਂ ਦਾ ਟੱਬਰ ਹੈ, ਪ੍ਰਜਾਪਤੀ ਜਿਨ੍ਹਾਂ ਨੂੰ ਆਪਾਂ ਕਹਿੰਦੇ ਆ, ਉਹਦੇ ਬੱਚੇ ਨੇ, ਦੋ ਬੇਟੇ ਛੋਟੇ ਨੇ, ਇੱਕ ਵੱਡਾ ਹੈ, ਇੱਕ ਹੋਰ ਬੇਟੀ ਹੈ, ਵਿਆਹੇ ਬਰੇ ਜਾਂਦੇ ਨੇ। ਹਰਕੀਰਤ ਉਹਨਾਂ ਦੀ ਲਾਈਫ ਨੂੰ ਲੈ ਕੇ ਵੀ ਫਿਰ ਕਿਵੇਂ ਉਹ ਹੌਲੀ ਹੌਲੀ ਅਲੱਗ ਹੋ ਗਏ ਨੇ, ਜੁਦਾ ਹੋ ਗਏ ਨੇ। ਮਾਂ ਬਹਾਨੇ ਦੇ ਨਾਲ ਐਂਡ 'ਤੇ ਜਾ ਕੇ ਉਹਨੂੰ ਮਿਲਣ ਆਉਂਦੀ ਹੈ, ਅਮੀਰਾਂ ਤੋਂ ਅਮੀਰਾ ਹੋ ਗਈ। ਜਿਹੜੀ ਉਹ ਬੱਚਾ ਗੋਦ ਲੈ ਲੈਂਦੀ, ਜਿਹੜਾ ਮੈਂ ਹਸਪਤਾਲ ਵਾਲਾ ਹਵਾਲਾ ਦਿੱਤਾ ਸੀਗਾ, ਜਿਹਨੂੰ ਉਹ ਪ੍ਰਾਈਵੇਟ ਸਕੂਲ ਦੇ ਵਿੱਚ ਪੜ੍ਹਾਉਣਾ ਚਾਹੁੰਦੀ ਹੈ, ਉਹਨੂੰ ਐਜੂਕੇਟ ਕਰਨਾ ਚਾਹੁੰਦੀ ਹੈ। ਉਹ ਸਾਰੀਆਂ ਉਹ ਆਪਣੀਆਂ ਫੀਲਿੰਗਸ ਉਸ ਬੱਚੇ ਵਿੱਚੋਂ ਇੱਕ ਮਾਂ ਦੇ ਰੂਪ ਦੇ ਵਿੱਚ ਦੇਖਦੀ ਹੈ। ਤਾਂ ਉਹਦੀ ਮਾਂ ਫਿਰ ਉਹਨੂੰ ਵਾਪਸ ਵੀ ਇੱਕ ਵਾਰ ਆਪਣੇ ਘਰ ਲੈ ਜਾਂਦੀ ਹੈ, ਜਿੱਥੇ ਉਹਦੀਆਂ ਭਰਜਾਈਆਂ ਉਹਦੇ ਵੱਲ ਦੇਖਦੀਆਂ ਤੱਕ ਨਹੀਂ। ਤਾਂ ਉਹ ਉੱਥੋਂ ਫਿਰ ਸੱਖਣੇਪਣ ਦੇ ਅਹਿਸਾਸ ਦੇ ਨਾਲ, ਕਿਤੇ ਨਾ ਕਿਤੇ ਅਸੰਵੇਦਨਾ ਦੇ ਅਹਿਸਾਸ ਦੇ ਨਾਲ ਬੜਾ ਦੁੱਖ ਲੈ ਕੇ ਉੱਥੋਂ ਵੀ ਉਹ ਵਾਪਸ ਆਉਂਦੀ ਆ। ਸੋ ਉਹ ਜਿਹੜਾ ਬੰਦੇ ਦਾ ਹੋਣਾ ਹੈ, ਇੱਕ ਮਨੁੱਖ ਦਾ, ਇੱਕ ਨੇਚਰ ਦੇ ਪੈਦਾ ਕੀਤੇ ਹੋਏ ਸਮਾਜਿਕ ਪ੍ਰਾਣੀ ਦਾ ਹੋਣਾ ਹੈ, ਜਿਹੜਾ ਜਿਹਦੀ ਗੱਲ ਮੀਰਾ ਦੇ ਹਵਾਲੇ ਦੇ ਨਾਲ ਹਰਕੀਰਤ ਕੌਰ ਚਹਿਲ ਕਰਦੇ ਨੇ। ਫਿਰ ਉਹ ਕਿਵੇਂ
ਦਾਣੇ ਭੁੰਨਣ ਦੇ ਹਵਾਲੇ ਦੇ ਨਾਲ ਉਹ ਪਹਿਲਾਂ ਉਹਨੂੰ ਅਹਿਸਾਸ ਹੁੰਦਾ ਪਿੰਡ ਦੇ ਉਹ ਸਾਰੇ ਦਾ, ਫਿਰ ਉਹਦਾ ਉੱਥੋਂ ਜਾਣਾ, ਫਿਰ ਉਹਨੂੰ ਪਰਿਵਾਰ ਦੀ ਯਾਦ ਜਦੋਂ ਆਉਂਦੀ ਹੈ ਤੇ ਫਿਰ ਉਹ ਅੰਮੀ ਅੱਬਾ ਬਾਰੇ ਉਹ ਬੈਠੀ ਹੈ ਨਾ, ਭਾਵੇਂ ਉਹ ਪਰਿਵਾਰ ਕੋਲੋਂ ਚਲੇ ਗਈ ਹੈ, ਉਹਦੇ ਤੋਂ ਦੂਰ ਚਲੇ ਗਈ ਹੈ ਵੀ ਮੈਂ ਉਹਨਾਂ ਦੇ ਨੇੜੇ ਨਾ ਢੁੱਕਾਂ, ਪਰ ਕਿਤੇ ਨਾ ਕਿਤੇ ਉਹਦੇ ਅੰਦਰ ਉਹਦੀ ਮਾਂ ਤੜਪਦੀ ਲੱਭਦੀ ਹੈ ਤੁਹਾਨੂੰ ਕਿਤੇ ਨਾ ਕਿਤੇ। ਜਦੋਂ ਉਹ ਕਿਤੇ ਸੱਖਣੇ ਪਲਾਂ ਦੇ ਵਿੱਚ ਬੈਠੀ ਸੋਚਦੀ ਆ, ਮੈਂ ਨੋਟ ਕੀਤਾ ਸੀਗਾ ਮੇਰੇ ਖਿਆਲ ਦੇ ਨਾਲ ਪੰਨਾ 43 ਦੇ ਉੱਤੇ ਹੈ, ਮੈਂ ਉਹਦਾ 4 ਲਾਈਨਾਂ ਤੁਹਾਨੂੰ ਸੁਣਾਵਾਂ ਜੇ ਕਿ ਉਹ ਸੋਚਦੀ ਕਿਵੇਂ ਆਪਣੇ ਪਰਿਵਾਰ ਬਾਰੇ, ਜਾਂ ਉਹਦਾ ਪਰਿਵਾਰ ਫਿਰ ਉਹਦੇ ਬਾਰੇ ਕਿਵੇਂ ਸੋਚਦਾ ਹੈ ਕਿਤੇ ਜਾ ਕੇ। ਕਹਿੰਦਾ ਅੰਮੀ ਅੱਬਾ ਦਾ ਖਿਆਲ ਰਹਿ ਰਹਿ ਕੇ ਮਨ ਦੀਆਂ ਬਰੂਹਾਂ ਤੇ ਖੌਰੂ ਪਾ ਰਿਹਾ ਸੀ। ਪਤਾ ਨਹੀਂ ਬਰਕਤ, ਨੂਰਾਂ, ਬਿਲਾਲ ਤੇ ਸ਼ਮੀਰ ਵੀ ਯਾਦ ਕਰਦੇ ਹੋਣੇ ਨੇ ਜਾਂ ਨਹੀਂ, ਇਹ ਹੁਣ ਡਾਊਟ ਹੈ ਉਹਨੂੰ, ਕਿਉਂਕਿ ਉਹ ਸਾਰਾ ਬਿਹਾਰ ਤੁਹਾਨੂੰ ਉਹਨਾਂ ਦਾ ਉਹਦੇ ਪ੍ਰਤੀ ਜਿਹੜਾ ਹੈ ਸੀ ਉਹ ਤੁਹਾਨੂੰ ਪਹਿਲਾਂ ਹੀ ਹਰਕੀਰਤ ਹੋ ਰਹੀ ਪਹਿਲੇ 2 3 4 ਕਾਂਡਾਂ ਦੇ ਵਿੱਚ ਦਰਸਾ ਜਾਂਦੇ ਨੇ ਉਹਨੂੰ ਲੈ ਕੇ, ਉਹਨਾਂ ਦੀਆਂ ਬਰਕਤ ਦੀਆਂ ਖਾਸ ਕਰਕੇ ਗੱਲਾਂ। ਮੈਂ ਚੰਦਰੀ ਕਿਸੇ ਨੂੰ ਘੁੱਟ ਕੇ ਪਿਆਰ ਵੀ ਨਾ ਕਰਕੇ ਆਈ, ਡਰਪੋਕ ਜਿਹੀ ਖੁਦ ਤੋਂ ਹੀ ਡਰ ਗਈ ਸੀ ਕਿ ਮਨ ਦੀ ਪਤਲੀ ਨਾ ਪੈ ਜਾਵਾਂ। ਨਹੀਂ ਕੈਸਾ ਉਹਨੇ ਜਿਹੜਾ ਫੈਸਲਾ ਵੀ ਲਿਆ ਆ, ਉਸ ਫੈਸਲੇ ਦੀ ਘੜੀ ਨੂੰ ਵੀ ਜਿਵੇਂ ਦੁਚਿੱਤੇ ਬਾਣ ਉਹਦੇ ਅੰਦਰ ਲੱਗਦੇ ਰਹੇ, ਮਾਂ ਨੂੰ ਲੈ ਕੇ, ਬਾਪ ਨੂੰ ਲੈ ਕੇ ਖਾਸ ਤੌਰ ਦੇ ਉੱਤੇ, ਜਿਵੇਂ ਉਹ ਦ੍ਰਵਿਤ ਹੈ। ਉਹ ਤੁਹਾਨੂੰ ਇਹਨਾਂ ਲਾਈਨਾਂ ਦੇ ਵਿੱਚ ਦੇਖੋ ਤੁਸੀਂ ਕੀ ਕੀ ਬਣਿਆ ਹੋਏਗਾ ਉਹਦੇ ਮਨ ਦੀ ਅਵਸਥਾ। ਇੱਥੇ ਜਦੋਂ ਪੜ੍ਹਦੇ ਹਾਂ ਤਾਂ ਫਿਰ ਉਹ ਪਿਛਲੀ ਅਵਸਥਾ ਤੁਹਾਡੇ ਅੰਦਰ ਉਜਾਗਰ ਹੁੰਦੀ ਆ ਕਿ ਕੀ ਹੋਏਗਾ ਉਹਦੇ ਮਨ ਦੇ ਵਿੱਚ, ਜਿਹੜੀ ਸੰਵੇਦਨਾ ਨੂੰ ਇੰਨਾ ਗਹਿਰਾ ਜਾ ਕੇ ਹਰਕੀਰਤ ਹੋਰਾਂ ਨੇ। ਅੰਮੀ ਤਾਂ ਵਿਯੋਗ ਵਿੱਚ ਮਰ ਜਾਂਦੀ ਹੋਊ, ਅੱਬਾ ਚੋਰੀ ਚੋਰੀ ਆਵੇ ਵਿੱਚ ਬੈਠਾ ਅੱਖਾਂ ਭਰਦਾ ਹੋਊ, ਉਹ ਕਦ ਛੇਤੀ ਕਿਤੇ ਦਿਲ ਖੋਲ੍ਹਦਾ ਕਿਸੇ ਨਾਲ ਆਪਣੇ ਬਾਪ ਨੂੰ। ਮੈਨੂੰ ਲੜਕੀ ਦਾ ਯਾਦ ਭੁੱਲ ਗਿਆ, ਇਸ ਵਾਰ ਦੇ ਫਿਲਹਾਲ ਦੇ ਵਿੱਚ ਇੱਕ ਕਵਿਤਾ ਹੈ, ਅਨੁਵਾਦ ਹੋ ਕੇ ਛਪੀ ਉਹ ਕਵਿਤਾ। ਉਹਦੇ ਵਿੱਚ ਉਹ ਬੇਟੀ ਹੈ, ਉਹ ਆਪਣੇ ਬਾਪ ਮਰ ਗਏ ਬਾਪ ਦੀ ਬਨੈਣ ਧੋ ਰਹੀ ਹੈ ਔਰ ਉਹਨੂੰ ਉਹਦੇ ਵਿੱਚੋਂ ਉਹਦੇ ਬਾਪ ਦੀ ਗੰਧ ਆ ਰਹੀ ਹੈ। ਉਸ ਗੰਧ ਦੇ ਅਹਿਸਾਸ ਨੂੰ ਲੈ ਕੇ ਉਹ ਐਸੀ ਮਾਰਮਿਕ ਕਵਿਤਾ ਮੈਂ ਪੜ੍ਹ ਕੇ ਤਾਂ ਮੈਨੂੰ ਇਹਦੇ ਵਿੱਚੋਂ ਵੀ ਉਹ ਕਵਿਤਾ ਵਰਗਾ ਅਹਿਸਾਸ ਕਿ ਉਹਨੂੰ ਆਪਣੇ ਬਾਪ ਦਾ ਪਤਾ ਆ ਕਿ ਉਹ ਕਿਸੇ ਨਾਲ ਦਿਲ ਨਹੀਂ ਖੋਲ੍ਹਦਾ, ਔਰ ਇਹਦੇ ਬਾਰੇ ਵੀ ਉਹਨੇ ਕਿਸੇ ਨਾਲ ਦਿਲ ਖੋਲ੍ਹਿਆ ਹੋਊ ਜਾਂ ਨਹੀਂ ਹੋਊਗਾ, ਉਹ ਸਾਰੀ ਦੀ ਸਾਰੀ ਗੱਲ। ਫਿਰ ਕਿਉਂਕਿ ਇਹ ਇਸ਼ੂ ਹੈ, ਇਹਦੇ ਸਮਾਜਿਕ ਪਹਿਲੂ ਨੇ, ਇਹਦੇ ਸਮਾਜਿਕ ਪੱਖ ਨੇ, ਇਹਦੀ ਸਮਾਜਿਕਤਾ ਹੈ ਇੱਕ ਆਪਣੀ, ਤਾਂ ਹਰਕੀਰਤ ਹੋਰਾਂ ਨੇ ਇਹ ਰਿਸਰਚ ਬੇਸਡ ਹੈ। ਉਹਨਾਂ ਨੇ ਆਪ ਕਿਹਾ ਆ ਕਿ ਉਹ ਕੁਝ ਡੇਰਿਆਂ ਦੇ ਉੱਤੇ ਗਈ, ਉਹਨਾਂ ਨਾਲ ਇੰਟਰਵਿਊ ਕੀਤਾ, ਉਹਨਾਂ ਕੋਲੋਂ ਕੁਝ ਗੱਲਾਂ ਗ੍ਰਹਿਣ ਕੀਤੀਆਂ, ਕੁਝ ਘਟਨਾਵਾਂ ਪੜ੍ਹੀਆਂ ਹੋਣਗੀਆਂ, ਫਿਰ ਰਾਈਟਰ ਦੇ ਅੰਦਰਲੀ ਵੇਦਨਾ ਨੇ ਜਾਗਣਾ ਹੁੰਦਾ ਆ, ਤਾਂ ਉਹ ਇੱਕ ਹਵਾਲੇ ਦੇ ਨਾਲ, ਮੀਰਾ ਦੇ ਹਵਾਲੇ ਦੇ ਨਾਲ ਹੀ ਉਹ ਮਹੰਤ ਸੋਚਦਾ ਕਿ ਮੈਂ ਫਲਾਂ ਜਗ੍ਹਾ ਬੀਕਾਨੇਰ ਜਾਂ ਕਿਤੇ, ਉਹ ਪਹਿਲਾਂ ਇਸ ਤਰੀਕੇ ਕੁੜੀ ਦੇ ਦਿੱਤੀ ਸੀਗੀ, ਉਹ ਮੁੱਲ ਵੇਚੀਆਂ ਵੱਟੀਆਂ ਜਾਂਦੀਆਂ ਨੇ, ਇਹਨਾਂ ਨੂੰ ਵੀ ਮੁੱਲ ਦਿੱਤਾ ਜਾਂਦਾ ਹੈ ਸਾਰਾ ਦਾ ਸਾਰਾ। ਤਾਂ ਉਹਦੇ ਕੋਲੋਂ ਕਿਵੇਂ ਦੇਹ ਵਪਾਰ ਕਰਵਾਉਂਦੇ ਰਹੇ, ਔਰ ਉਹ ਕਿਵੇਂ ਉਹਨੂੰ ਮਤਲਬ ਉਹਦੀ ਕੈਸੀ ਖੱਲ ਲਾਹੀ ਜਿਹਦੀ ਉਸ ਮਹੰਤ ਦੇ ਮਨ 'ਚ ਇੱਕ ਤਰਲਤਾ ਕਿਤੇ ਪਈ ਹੋਈ ਹੈ ਕਿ ਮੇਰੇ ਕੋਲ ਜਿਵੇਂ ਅਨਿਆਂ ਹੋ ਗਿਆ ਹੋਵੇ। ਪਰੰਤੂ ਹੁਣ ਇਹਨੇ ਮੀਰਾ ਨੂੰ ਕਿਸੇ ਨੂੰ ਦੇਣਾ, ਅਗਾਂਹ ਜਾਣਾ ਮੀਰਾ ਨੇ ਕਿਸੇ ਹੋਰ ਡੇਰੇ ਦੇ ਵਿੱਚ, ਤਾਂ ਉਹਨੂੰ ਉਸ ਡੇਰੇ ਵਾਲੀ ਬੀਬੀ ਦੇ ਉੱਤੇ ਪੂਰਾ ਯਕੀਨ ਹੈ, ਉਹਦੇ ਬੜੀ ਨੇੜੇ ਹੈ ਕਿ ਉਹ ਇਹਨੂੰ ਉਨੀ ਆਤਮੀਅਤਾ ਦੇ ਨਾਲ ਰੱਖੇਗੀ। ਤਾਂ ਉਹ ਜਿਹੜੀ ਮੈਂ ਸਮਾਜਿਕਤਾ ਦੀ ਗੱਲ ਕਰਦਾ ਕਿ ਉਹਨਾਂ ਨੂੰ ਕਿਹੜੇ ਮਰਹਲਿਆਂ ਦੇ ਵਿੱਚੋਂ ਗੁਜ਼ਰਨਾ ਪੈ ਜਾਂਦਾ ਹੈ ਇਹਨਾਂ ਸਾਰਿਆਂ ਨੂੰ ਇੱਕ ਹਵਾਲੇ ਦੇ ਤੌਰ 'ਤੇ, ਤਾਂ ਉਹ 47 ਪੇਜ ਨੰਬਰ ਹੈ, ਉਹਦੇ 'ਤੇ ਮੈਂ ਇੱਕ ਪੈਰਾ ਪੜ੍ਹ ਦਿੰਦਾ ਇਸ ਨਾਵਲ ਦੇ ਵਿੱਚੋਂ, ਤੁਹਾਨੂੰ ਪਤਾ ਲੱਗ ਜਾਏਗਾ ਕਿ ਉਹ ਇਕੱਲਾ ਇੱਕ ਪਰਿਵਾਰ ਦੀ ਜ਼ਿੰਦਗੀ ਨਹੀਂ ਬਲਕਿ ਇਸ ਸਾਰੇ ਸੋਸ਼ਲ ਸਿਸਟਮ ਦੇ ਵਿੱਚ ਇਹਨਾਂ ਸਾਰੇ ਲੋਕਾਂ ਨੂੰ ਕਿਹੜੇ ਦੁੱਖਾਂ 'ਚੋਂ ਲੰਘਣਾ ਪੈਂਦਾ ਆ, ਉਹਦੇ ਹਵਾਲੇ ਵੀ ਤੁਹਾਨੂੰ ਇਸ ਨਾਵਲ ਦੇ ਵਿੱਚ ਇੱਕ ਸਮੁੱਚੀ ਕੈਟਾਗਰੀ ਨੂੰ ਦੇ ਆ ਰਹੇ ਸਾਹਮਣੇ, ਜਿਹੜੇ ਸੰਕਟ ਨੇ ਉਹਨਾਂ ਦੇ, ਜਿਹੜੇ ਸਮਾਜਿਕ ਸੰਕਟ ਨੇ, ਜਿਹੜੇ ਉਹਨਾਂ ਦੀ ਰਹਿਣ ਥਹਿਣ ਜੀਣ ਥੀਣ ਦੇ ਸੰਕਟ ਨੇ, ਉਹਨਾਂ ਦੇ ਵਿੱਚੋਂ ਤੁਹਾਨੂੰ ਉਹ ਕਿੱਥੋਂ ਦੀ ਲੰਘਦੇ ਨੇ। ਮੈਂ ਉਹਦਾ ਮਹੰਤ ਲੈਚੀ ਵੀ ਸੋਚਾਂ ਦੇ ਸਮੁੰਦਰ ਵਿੱਚ ਡੂੰਘੀਆਂ ਤਾਰੀਆਂ ਲਾਉਣ ਲੱਗਿਆ। ਪਹਿਲਾਂ ਹੋਈ ਗੁਸਤਾਖੀ ਉਸ ਨੂੰ ਬਾਰ-ਬਾਰ ਯਾਦ ਆਉਂਦੀ,
ਕਿ ਕਿਵੇਂ ਉਸਨੇ ਛਮਕ ਛੱਲੋ ਜਿਹੀ ਗੋਰੀ ਖੁਸਰਾ ਕੁੜੀ ਛੰਨੋ ਰਾਜਸਥਾਨ ਦੇ ਮਹੰਤ ਨੂੰ ਸਸਤੇ ਭਾਅ ਦੇ ਦਿੱਤੀ ਸੀ। ਸੁਣਿਆ ਬੀਕਾਨੇਰ ਵਿੱਚ ਉਸ ਤੋਂ ਦੇਹ ਵਪਾਰ ਕਰਾਇਆ ਤੇ ਉਸ ਦੇ ਚੰਮ ਨੂੰ ਕੁੱਟ ਕੇ ਕੰਮ ਲਿਆ ਜਾਂਦਾ ਸੀ। ਤਕਦੀਰਾਂ ਦਾ ਖੇਲ ਕਹਿ ਕੇ ਮਹੰਤ ਲੈਚੀ ਮਨ ਸਮਝਾ ਲੈਂਦਾ, ਪਰ ਇਹ ਝੋਰਾ ਉਸ ਨੂੰ ਜਿਉਣ ਨਾ ਦਿੰਦਾ। ਇਹ ਨਹੀਂ ਇੰਨੇ ਸੰਵੇਦਨਸ਼ੀਲ ਲੋਕ। ਸ਼ੁਕਰ ਹੈ ਬੁਲਬੁਲ ਦੀ ਸ਼ਰਾਫਤ ਮੀਰਾ ਨੂੰ ਸਾਂਭ ਕੇ ਰੱਖੇਗੀ, ਸੋਚ ਕੇ ਉਹ ਠੰਡਾ ਹੌਕਾ ਭਰਦਾ। ਯਾਨੀ ਤੁਸੀਂ ਕੈਸੀ ਨਿਰਛਲਤਾ ਹੈ ਉਹਨਾਂ ਦੇ ਵਿੱਚ, ਕੈਸੀ ਸੰਵੇਦਨਾ ਹੈ। ਤਾਂ ਇਹੋ ਜਿਹੀ ਸੰਵੇਦਨਾ ਫਿਰ ਉਹ ਮੀਰਾ ਦੇ ਵਿੱਚ, ਜਿਹੜੀ ਮੰਗਤ ਰਾਮ ਦੀ ਮੈਂ ਪਹਿਲਾਂ ਗੱਲ ਕੀਤੀ ਸੀ ਕਿ ਉਹਦੇ ਇਸ਼ਕ 'ਚ ਪੈ ਜਾਂਦਾ ਹੈ ਤੇ ਉਹਦੇ ਨਾਲ ਉਹ ਸਾਰੇ ਦਾ ਸਾਰਾ ਕਰਦਾ ਹੈ, ਤਾਂ ਮੀਰਾ ਉਸ ਨੂੰ ਕਿਵੇਂ, ਮੀਰਾ ਦੀ ਨਿਰਛਲ ਆਤਮਾ ਦੇ ਦਰਸ਼ਨ ਤੁਹਾਨੂੰ ਮੈਂ ਕਰਵਾਉਣਾ। ਉਹਦੀ ਦੁਕਾਨਾਂ ਉਹਦੇ ਤੋਂ ਸੰਦੂਰ ਲੈਂਦੀ ਹੈ, ਉਹਦੇ ਤੋਂ ਨੇਲ ਪਾਲਿਸ਼ ਜਾਂ ਲਿਪਸਟਿਕ ਜਾਂ ਹੋਰ ਉਹ ਸਮਾਨ ਜਿਹੜਾ ਉਹਨਾਂ ਨੂੰ ਚਾਹੀਦਾ ਹੁੰਦਾ ਹੈ, ਉਹ ਜਿਹੜਾ ਆਪਣੇ ਪਿਆਰ ਦਾ ਇਜ਼ਹਾਰ ਕਰਦਾ ਔਰ ਇਹਨੂੰ ਉਹ ਕਬੂਲਣ ਵਾਸਤੇ ਕਹਿੰਦਾ ਹੈ। ਉਹਨੂੰ ਨਾ ਕਰਦਿਆਂ ਉਹ ਬਾਹਰ ਨਿਕਲ ਜਾਂਦੀ, ਉਹਦੇ ਕੋਲੋਂ ਬਿੰਦੀਆਂ ਪੱਤੇ ਨੌ ਪਾਲ ਸੁਰਖੀ ਗੁਲਾਲੀ ਫੜਾਉਂਦਿਆਂ ਜਿਹੜਾ ਕੰਬ ਰਿਹਾ ਹੈ, ਜਿਹਦੇ ਅੰਦਰਲੇ ਅਹਿਸਾਸ ਨੂੰ ਅਸੀਂ ਫੀਲਿੰਗ ਨੂੰ ਦੇਖ ਸਕਦੇ ਹਾਂ। ਤਾਂ ਮੀਰਾ ਉਹ ਕੀ ਕਰਦੀ ਹੈ ਕਿ ਚੁੱਪਚਾਪ ਲਿਫਾਫੇ ਨੂੰ ਮੱਥੇ ਨਾਲ ਲਾ ਕੇ ਕਬੂਲਦੀ ਮੀਰਾ ਹਵਾ ਦੇ ਬੁੱਲੇ ਵਾਂਗ ਦੁਕਾਨ ਵਿੱਚੋਂ ਅਲੋਪ ਹੋ ਗਈ ਸੀ। ਮਨੋ ਮਨੀ ਸੋਚਦੀ ਜਾ ਰਹੀ ਸੀ ਕਿ ਮੀਰਾ ਕਦੇ ਕਦੇ ਸੁਰਮਈ ਸ਼ਾਮ ਲਈ ਸੂਰਜ ਨੂੰ ਵੀ ਡੁੱਬਣਾ ਪੈਂਦਾ ਹੈ। ਹੁਣ ਕਿਤੇ ਨਾ ਕਿਤੇ ਡੋਲ ਰਿਹਾ ਮਨ ਅੰਦਰੋਂ, ਕਿਤੇ ਨਾ ਕਿਤੇ ਆਫਟਰ ਆਲ ਵੀ ਆਰ ਆਲ ਹਿਊਮਨ ਬੀਇੰਗ। ਕਦੇ ਕਦੇ ਇਲਜ਼ਾਮ ਦਾ ਸਿਹਰਾ ਵੀ ਆਪਦੇ ਸਿਰ ਹੀ ਬੰਨ੍ਹਣਾ ਪੈਂਦਾ ਹੈ। ਪਰ ਤੂੰ ਕੀ ਜਾਣੇ ਮੰਗਤ ਰਾਮਾ, ਮੈਂ ਇਸ ਸੱਖਣੇ ਜਹਾਨ ਵਿੱਚ ਹੀ ਫੱਬਦੀ ਹਾਂ। ਯਾਰ ਮੈਂ ਇਸ ਸੱਖਣੇ ਜਹਾਨ ਵਿੱਚ ਹੀ ਫੱਬਦੀ ਹਾਂ। ਜੇ ਦੁਨਿਆਵੀ ਰਿਸ਼ਤਿਆਂ ਦੀ ਬੇੜੀ ਵਿੱਚ ਸਵਾਰ ਹੋਣਾ ਸੀ ਤਾਂ ਜੰਮਣ ਵਾਲਿਆਂ ਨੂੰ ਕਿਉਂ ਛੱਡ ਕੇ ਆਉਂਦੀ? ਮੁਹੱਬਤ ਕਰਨ ਵਾਲੇ ਦੇ ਘਰ ਕਿਵੇਂ ਉੱਲੂ ਬੋਲਣ ਲਾ ਦਿਆਂ? ਇਹ ਸਮਾਜਿਕਤਾ ਹੈ। ਮੈਂ ਸਵਾਰਥੀ ਨਹੀਂ ਹਾਂ, ਮੇਰੀ ਨੀਤ ਤੇ ਸ਼ੱਕ ਨਾ ਕਰੀ। ਕਿਆ ਉਹਨਾਂ ਦਾ ਮਤਲਬ ਫਿਰ ਜੇ ਮੈਂ ਇਹ ਕਹਿਣਾ ਕਿ ਮੀਰਾ ਮਾਪਿਆਂ ਬਾਰੇ, ਭਰਾਵਾਂ ਬਾਰੇ ਸੋਚਦੀ ਹੈ, ਤਾਂ ਕਿਉਂਕਿ ਨਾਵਲ ਦੀ ਤੋਰ ਦੀ ਰਬਾਨੀ ਜਿਹੜੀ ਆ ਉਹ ਪਿਛਲੇ ਨਾਵਲਾਂ ਵਾਂਗ ਹੀ ਹਰਕੀਰਤ ਹੋਣੀ, ਜਿਹਨਾਂ ਨੂੰ ਯਥਾਰਥਵਾਦੀ ਨਾਵਲ ਆਪਾਂ ਕਹਿੰਦੇ ਹਾਂ, ਉਸੇ ਤੋਰ ਨੂੰ ਬਰਕਰਾਰ ਰੱਖ ਰਹੇ ਨੇ। ਪ੍ਰਯੋਗ ਉਹਨਾਂ ਨੇ ਜ਼ਰੂਰ ਇਹ ਕੀਤਾ ਹੈ, ਪਰੰਤੂ ਨਾਵਲ ਦੀ ਤੋਰ ਦੇ ਵਿੱਚ ਕਿਸੇ ਕਿਸਮ ਦਾ ਉਹਨਾਂ ਨੇ ਪ੍ਰਯੋਗ ਨਹੀਂ ਕੀਤਾ। ਤਾਂ ਉਸੇ ਤੋਰ ਨੂੰ ਬਰਕਰਾਰ ਰੱਖਦੇ ਆ। ਜੇ ਮੀਰਾ ਮਾਪਿਆਂ ਬਾਰੇ ਸੋਚਦੀ ਆ ਤਾਂ ਮਾਪੇ ਮੀਰਾ ਬਾਰੇ ਕੀ ਸੋਚਦੇ ਆ, ਉਹਨਾਂ ਦੀ ਸੰਵੇਦਨਾ ਨੂੰ। ਹਾਲਾਂਕਿ ਮੈਂ ਤੁਹਾਨੂੰ ਦੱਸਿਆ ਕਿ ਉਹਦੇ ਭਰਾਵਾਂ ਦਾ ਵਿਹਾਰ ਫਿਰ ਉਹਦੇ ਪ੍ਰਤੀ ਇਹੋ ਜਿਹਾ ਨਹੀਂ ਸੀ, ਪਰੰਤੂ ਉਹਦੇ ਮਾਪਿਆਂ ਦੀ ਸੰਵੇਦਨਾ ਜਿਹੜੀ ਹੈ ਉਹਨੂੰ ਵੀ ਉਹ ਨਾਲ ਤੋਰਦੇ ਨੇ। ਉਹਨਾਂ ਦੀ ਨਾਵਲੀ ਜੁਗਤ ਕਹਿ ਲਓ। ਤਾਂ ਉਹਦਾ ਵਿੱਚੋਂ ਮੈਂ ਇੱਕ ਛੋਟਾ ਜਿਹਾ ਟੁਕੜਾ ਤੁਹਾਡੇ ਨਾਲ ਸਾਂਝਾ ਕਰ ਦਿੰਦਾ ਕਿ ਉਹਨਾਂ ਦੇ ਪਰਿਵਾਰ ਨੂੰ ਫਿਰ ਉਹ ਕਿਵੇਂ ਬੁਣਦੇ ਨੇ, ਕਿਵੇਂ ਦੱਸਦੇ ਨੇ ਕਿ ਮੀਰਾ ਤੋਂ ਬਾਅਦ ਉਸ ਪਰਿਵਾਰ ਦਾ ਸਾਰਾ ਮਾਹੌਲ ਕੀ ਆ। ਉਹ ਨਾਵਲ ਦੀ ਜਿਹੜੀ ਤੋਰ ਜਾਂ ਉਹ ਪੈਟਰਨ ਜਿਹੜਾ ਹੈ ਸਾਡੇ ਨਾਵਲ ਦਾ, ਪੰਜਾਬੀ ਨਾਵਲ ਦਾ ਖਾਸ ਕਰਕੇ। ਤਾਂ ਨਵੀਆਂ ਨਵੇਲੀਆਂ ਬਹੂਆਂ ਫਾਤਿਮਾ ਤੇ ਫਰਜ਼ਾਨਾ ਦੇ ਆਉਣ ਨਾਲ ਘਰ ਵਿੱਚ ਰੌਣਕ ਲੱਗ ਗਈ। ਹਰ ਪਲ ਝਾਂਜਰਾਂ ਦੇ ਬੋਰ ਛਣਕਦੇ, ਸੁਰਖ ਬੁੱਲੀਆਂ ਦਾ ਹਾਸਾ, ਸੂਹੇ ਰੰਗਾਂ ਦੇ ਸਾਲੂਆਂ ਵਿੱਚ ਲਿਪਟੀਆਂ ਦੋਨੋਂ ਭੈਣਾਂ ਵਿਹੜੇ ਦਾ ਸ਼ਿੰਗਾਰ ਬਣ ਗਈਆਂ ਸਨ। ਸਭ ਧੀਆਂ ਪੁੱਤਾਂ ਦੇ ਘਰ ਵਸਦੇ ਰਸਦੇ ਦੇਖ ਕੇ ਸਲਮਾ ਦਾ ਚਾਅ ਜਦ ਬਨੇਰੇ ਤਾਈਂ ਚੜ੍ਹਦਾ ਤਾਂ ਪਤਾ ਨਹੀਂ ਕਿਉਂ ਪਟਾਕ ਧਰਤੀ ਤੇ ਜਾ ਵੱਜਦਾ। ਅਮੀਰਾਂ ਦੇ ਅਧੂਰੇਪਣ ਦੀ ਚੀਸ ਉੱਠਦੀ ਤੇ ਉਹ ਮਨੋ ਮਨ ਸੋਚਦੀ, ਨੁਕਸ ਤਾਂ ਮੇਰੇ ਆਂਡੇ 'ਚ ਹੀ ਸੀ, ਹੁਣ ਸਾਰੀ ਉਮਰ ਉਸ ਗਊ ਨੂੰ ਮੇਰੀ ਕਮੀ ਦਾ ਫਲ ਭੋਗਣਾ ਪਊ। ਗੁਨਾਹ ਦਾ ਅਹਿਸਾਸ ਉਸ ਦੀ ਜਿੰਦ ਨੂੰ ਨਪੀੜ ਛੱਡਦਾ, ਪਰ ਕੀਤਾ ਵੀ ਕੀ ਜਾ ਸਕਦਾ ਸੀ। ਬਸ ਮਨ ਸਮਝਾ ਕੇ ਅੱਲਾਹ ਦੀ ਰਜ਼ਾ ਨੂੰ ਹੀ ਆਪ ਦੀ ਤਕਦੀਰ ਤੇ ਕਰਨੀ ਦਾ ਫਲ ਸਮਝ ਲੈਂਦੀ। ਇਹ ਉਹਦੇ ਮਨ ਦੀ ਅਵਸਥਾ ਹੈ, ਉਹਦੀ ਮਾਂ ਦੀ, ਸਲਮਾ ਦੇ ਮਨ ਦੀ ਅਵਸਥਾ ਹੈ। ਇਸੇ ਤਰ੍ਹਾਂ ਇਸ ਨਾਵਲ ਦੀ ਖੂਬਸੂਰਤੀ ਇਹ ਹੈ ਕਿ ਕਿਵੇਂ ਮਾਨਵੀ ਸੰਵੇਦਨਾਵਾਂ ਦਾ ਤੁਹਾਨੂੰ ਥਾਂ ਵਰਣਨ ਹੁੰਦਾ ਹੈ। ਕਿਤੇ ਨਾ ਕਿਤੇ ਹਰਕੀਰਤ ਹੋਰਾਂ ਦੇ ਅੰਦਰ ਉਹ ਔਰਤ, ਉਹ ਮਾਂ, ਉਹ ਮਮਤਾ, ਉਹ ਫਕੀਰੀ, ਉਹ ਦਰਵਤਾ, ਉਹ ਜਿਹੜੀ ਇੱਕ ਉਮਰ ਦੇ
ਇੰਨੀ ਸੰਵੇਦਨਾ ਦੇ ਵਿੱਚੋਂ ਦੀ ਲੰਘਦਿਆਂ ਤੁਹਾਡੀ ਜਿਹੜੀ ਮਨ ਦੀ ਅਵਸਥਾ ਹੋ ਜਾਂਦੀ ਹੈ ਕਿਤੇ ਫਕੀਰਾਨਾ ਕਿਤੇ ਦੁਆਵਾਂ ਵਰਗੀ। ਉਹੀ ਫਕੀਰ ਫਿਰ ਮੈਨੂੰ ਲੱਗਦਾ ਫਕੀਰ ਦੇ ਰੂਪ ਵਿੱਚ ਹਰਕੀਰਤ ਫਿਰ ਉਹਦੇ ਲਈ ਦੁਆਵਾਂ ਮੰਗਦੀ ਆ ਮੀਰਾਂ ਲਈ, ਜਿਹੜੀ ਮੰਗਤ ਰਾਮ ਦੇ ਇਸ਼ਕ ਨੂੰ ਮੱਥੇ ਤੇ ਲਾ ਕੇ ਔਰ ਆਪਣੇ ਪੁੱਤ ਦੇ ਸੱਲ ਨੂੰ ਉਹਦੀ ਮੌਤ ਨੂੰ ਲਾ ਕੇ ਕਬਰਸਤਾਨ ਦੇ ਵਿੱਚ ਅੰਤ ਦੇ ਵਿੱਚ ਇੰਨਾ ਜ਼ਿਆਦਾ ਉਹ ਦੋ ਗੱਲਾਂ ਨੇ ਉਹਨੂੰ ਮੈਟਾਫੋਰਿਕਲੀ ਵੀ ਦੇਖਿਆ ਜਾ ਸਕਦਾ ਹੈ ਕਿ ਉਹਨਾਂ ਨੇ ਜਿਹੜਾ ਹੈ ਯਥਾਰਥ ਤੋਂ ਫਿਰ ਉਹਦੇ ਅੰਤਰ ਮਨ ਦੀ ਵੇਦਨਾ ਨੂੰ ਲੈ ਕੇ ਅੰਤਰ ਮਨ 'ਚ ਪਏ ਧਮੱਚੜ ਨੂੰ ਲੈ ਕੇ ਜਾਂ ਅੰਤਰ ਮਨ 'ਚ ਪਈਆਂ ਉਹ ਸਾਰੀਆਂ 18 ਖਾਸ਼ਾਂ ਦੱਬ ਦਿੱਤੇ ਗਏ ਵਲਵਲਿਆਂ ਦੇ ਵਿੱਚੋਂ ਦੀ ਉਹਦਾ ਐਸਾ ਫਿਰ ਬੰਬਾ ਜਿਵੇਂ ਇੱਕ ਤੂਫਾਨ ਹੈ, ਜਿਵੇਂ ਇੱਕ ਹਰਜਲਾ ਮਚ ਜਾਂਦਾ, ਜਿਵੇਂ ਜ਼ਲਜ਼ਲਾ ਆ ਗਿਆ ਹੋਵੇ ਉਹਦੇ ਅੰਦਰ, ਜਿਵੇਂ ਜ਼ਮੀਨ ਗਰਕਾਬ ਹੋ ਗਈ ਹੋਵੇ ਸਾਰੀ ਦੀ ਸਾਰੀ ਕਿਤੇ ਨਾ ਕਿਤੇ ਉਹਦੀ ਅੰਤਰਾਤਮਾ 'ਚ। ਤਾਂ ਉਹਦਾ ਫਿਰ ਅੰਤਲਾ ਜਿਹੜਾ ਹੈ ਸਿਖਰ ਪੀਕ ਅਵਰਸ ਜਿੱਥੇ ਉਹ ਕਬਰ ਤੇ ਡਿੱਗ ਕੇ ਪ੍ਰਾਣ ਪੂਰੇ ਕਰਦੀ ਹੈ ਤੇ ਉੱਥੇ ਇੱਕ ਸਾਧੂ ਉਹਦੇ ਉਸ ਸਾਰੇ ਬੌਰੇ ਲਟਬੌਰੇ ਉਹਦੇ ਭੁਚਾਲ ਭਰੇ ਵੇਦਨਾਵਾਂ ਦੇ ਦਰਦ ਨੂੰ ਉਹਦੇ ਦਰਦ ਪਰੁੰਨੇ ਪੈਰਾਂ ਦੀ ਘੁੰਗਰੂਆਂ ਦੀ ਆਵਾਜ਼ ਨੂੰ ਉਸ ਅੱਲਾਹ ਦੇ ਕੋਲੋਂ ਦੁਆ ਮੰਗਦਾ ਕਿ ਇਹਦੇ ਤੇ ਰਹਿਮ ਕਰ, ਇਹਦੇ ਤੇ ਕਿਰਪਾ ਕਰ। ਤਾਂ ਮੈਨੂੰ ਲੱਗਾ ਸੀ ਕਿਤੇ ਨਾ ਕਿਤੇ ਉਹ ਰਾਈਟਰ ਉਹਦੇ ਮਨ 'ਚ ਰਾਈਟਰ ਦੇ ਦਾ ਮਨ ਫਕੀਰੀ ਭੇਖ ਦੇ ਵਿੱਚ ਇਹੋ ਜਿਹੇ ਲੋਕਾਂ ਲਈ ਦੁਆਗੋ ਹੋ ਗਿਆ, ਇਹੋ ਜਿਹੇ ਲੋਕਾਂ ਲਈ ਦੁਆ ਮੰਗਣੀ ਤੁਰ ਪਿਆ ਹਰਕੀਰਤ ਦਾ ਉਹ ਫਕੀਰੀ ਮਨ। ਜਿਹੜੇ ਲੋਕ ਇਹ ਦੁੱਖ ਭੋਗਦੇ ਨੇ, ਜਿਹੜੇ ਲੋਕ ਇਹ ਨੇਚਰ ਦਾ ਸੰਤਾਪ ਆ ਜਾਂ ਵਰਦਾਨ ਆ ਮੈਂ ਨਹੀਂ ਕਹਿ ਸਕਦਾ, ਪਰ ਸਮਾਜ 'ਚ ਜਾ ਕੇ ਇਹ ਸਰਾਪ ਇਹ ਕੁਸ਼ਟ ਜਿਵੇਂ ਹੈ ਇਹ ਅਨਟੱਚੇਬਲ ਜਿਵੇਂ ਹੋ ਜਾਂਦੇ ਨੇ, ਇਹ ਅਛੂਤ ਕਰ ਦਿੱਤੇ ਆ ਗਿਆ ਜਿਹੜਾ ਸਮਾਜ ਹੈ। ਪਰੰਤੂ ਉਹਨਾਂ ਦੇ ਵਿੱਚ ਸੇਵਾ ਭਾਵ ਜਾਂ ਜੇ ਕੋਈ ਉਹਨਾਂ ਦੀ ਉਹ ਸੇਵਾ ਕਰਦਾ ਤਾਂ ਉਹਦੇ ਪ੍ਰਤੀ ਉਹਨਾਂ ਦੇ ਮਨ ਦੇ ਵਿੱਚ ਜਿਹੜੀ ਇੱਕ ਸ਼ਰਧਾ ਵਾਂਗ, ਭਾਵੇਂ ਉਹ ਆਪ ਵੱਡੀ ਹੈ ਬੀਬੀ ਮਹੰਤ, ਉਹਦੀ ਸੇਵਾ ਮੀਰਾ ਕਰਦੀ ਹੈ ਤਾਂ ਉਹਦੇ ਲਈ ਉਹ ਸੀਸਾਂ ਦਿੰਦੀ ਹੈ। ਤੁਸੀਂ ਦੇਖੋ ਕਿ ਅਸੀਂ ਲੋਕ ਇੱਥੇ ਸਾਡੀ ਕੋਈ ਸੇਵਾ ਕਰ ਦੇਵੇ ਮੋਇਆ ਅਸੀਂ ਉਸੇ ਵੇਲੇ ਭੁਲਾ ਦਿੰਦੇ ਹਾਂ, ਪਰ ਉਹ ਲੋਕਾਂ ਦੀ ਸੰਵੇਦਨਾ ਜਿਵੇਂ ਹਰਕੀਰਤ ਹੋਰਾਂ ਨੇ ਫੜੀ ਹੈ। ਆਂਦੇ ਮੀਰਾ ਦਾ ਪਿਆਰ ਮੁਹੱਬਤ ਅਤੇ ਸ਼ਿੱਦਤ ਦੇਖ ਕੇ ਬੁਲਬੁਲ ਬੇਬਸੀ ਮਾਰੀ, ਅੱਖਾਂ ਭਰ ਲੈਂਦੀ ਤੇ ਦੁਆਵਾਂ ਦਿੰਦੀ, ਕਹਿੰਦੀ ਤੂੰ ਤਾਂ ਮੇਰੀ ਜਾਨ ਢਿੱਡੋਂ ਜੰਮਿਆਂ ਨੂੰ ਮਾਤ ਪਾਉਣੀ ਹੈ, ਤੇਰਾ ਦੇਣ ਲਾਡੋ ਕਿਸ ਜਨਮ ਵਿੱਚ ਮੋੜਾਂਗੀ, ਉਮਰ ਭਰ ਦੇ ਤੋੜ ਕੇ ਤੂੰ ਇਸ ਕੋਠੀ ਨੂੰ ਟੁੱਕ ਬਖਸ਼ਿਆ ਹੈ। ਦੇਖੋ ਉਸ ਕੋਠੀ ਲਈ ਟੁੱਕ ਬਖਸ਼ਣਾ ਸ਼ਬਦ ਵੀ ਕੈਸੇ ਬਖਸ਼ਣਾ ਜਿਹੜਾ ਹੈ ਨਾ ਉਹ ਹਰਕੀਰਤ ਹੋਰਾਂ ਨੇ ਕਿਹਾ ਸੀਗਾ ਕਿ ਮੈਨੂੰ ਇਹ ਰੱਬ ਦੀ ਨਸਲ ਦੇ ਲੋਕ ਲੱਗਦੇ ਨੇ। ਤਾਂ ਇਹ ਲਾਈਨ ਦੱਸਦੀ ਆ ਰੱਬ ਬਖਸ਼ਿਸ਼ ਕਰਦਾ ਹੈ ਤੇ ਜਾਂ ਫਿਰ ਮੀਰਾ ਬਖਸ਼ਿਸ਼ ਕਰਦੀ ਆ ਔਰ ਟੁੱਕ ਬਖਸ਼ਿਸ਼ ਕਰਦੀ ਹੈ। ਦੇਦਾ ਦੇ ਲੈਂਦਾ ਥੱਕ ਪਾਹੇ ਕਿਆ ਤੁਸੀਂ ਉਹਨਾਂ ਨੂੰ ਜਿਹੜਾ ਹੈ ਕੇਸ ਉਹਨਾਂ ਨੂੰ ਉਹ ਕੇਸ ਮੈਟਾਫਰ 'ਚ ਬੰਨ੍ਹਦੇ ਹੋ ਤੁਸੀਂ ਉਹਨਾਂ ਨੂੰ। ਇਹ ਰਾਈਟਰ 'ਤੇ ਡਿਪੈਂਡ ਕਰਦਾ ਹੈ। ਉਹਨੇ ਜੇ ਇਹ ਕਿਹਾ ਕਿ ਹਰਕੀਰਤ ਨੂੰ ਉਹ ਰੱਬ ਦੀ ਨਸਲ ਦੇ ਲੋਕ ਲੱਗਦੇ ਨੇ, ਹਰਕੀਰਤ ਹੋਰੀ ਆਪ ਕਹਿੰਦੇ ਨੇ ਮੈਨੂੰ ਰੱਬ ਦੀ ਨਸਲ ਦੇ ਲੋਕ ਲੱਗਦੇ ਨੇ, ਤਾਂ ਜਦੋਂ ਉਹ ਨਾਵਲ ਦੇ ਵਿੱਚ ਉਹਨਾਂ ਨੂੰ ਪਰੋਂਦੇ ਨੇ ਤਾਂ ਉਹਨਾਂ ਦਾ ਮਾਨਵੀ ਵਿਹਾਰ ਜਿਹੜਾ ਟੁੱਕ ਕੋਠੀ ਨੂੰ ਬਖਸ਼ਦਾ ਹੈ ਉਹ ਬਿਲਕੁਲ ਉਸੇ ਹੀ ਰੱਬ ਦੇ ਮੈਟਾਫਰ 'ਚ ਘੁਲ ਮਿਲ ਜਾਂਦਾ ਹੈ, ਉਸੇ ਸਿਆਹੀ ਦੇ ਵਿੱਚ। ਔਰ ਉਹ ਸਾਰਾ ਹੀ ਘੁਲਿਆ ਹੋਇਆ ਕਲਰ ਕਿਸੇ ਪੇਂਟਿੰਗ ਦੇ ਵਾਂਗ ਕਿਵੇਂ ਇਹਨਾਂ ਨੂੰ ਚਿੱਤਰਿਤ ਕਰਦਾ ਹੈ, ਕਿਵੇਂ ਇਹਨਾਂ ਨੂੰ ਦਰਵਿਤ ਕਰਦਾ ਹੈ। ਉਹ ਵਾਟਰ ਕਲਰ ਦੀ ਪੇਂਟਿੰਗ ਆਦਮ ਗ੍ਰਹਿਣ ਨੂੰ ਦੇ ਵਿੱਚ ਦੀ ਇਸ ਪਰਿਵਾਰਾਂ ਦੇ ਵਿੱਚ ਦੀ ਲੰਘਦਿਆਂ, ਇਹਨਾਂ ਨੂੰ ਮਿਲਦਿਆਂ, ਇਹਨਾਂ ਨਾਲ ਗੱਲਾਂ ਕਰਦਿਆਂ, ਇਹਨਾਂ ਨੂੰ ਚਿਤਵਦਿਆਂ, ਇਹਨਾਂ ਨੂੰ ਬਣਦੇ ਵਿਗਸਦੇ ਮੌਲ ਦੇ ਵਿਲੀਨ ਹੁੰਦੇ ਉਸ ਨੇਚਰ ਦੇ ਵਿੱਚ ਜਿਸ ਵੇਲੇ ਮੈਂ ਦੇਖਦਾ ਹਾਂ ਤਾਂ ਨੈਚੁਰਲੀ ਮੈਨੂੰ ਲੱਗਦਾ ਵੀ ਹਰਕੀਰਤ ਹੋਰਾਂ ਨੇ
ਉਹਨਾਂ ਨੇ ਆਪਣੇ ਮਨ ਦੀ ਗੱਲ ਨੂੰ ਡੇਰਿਆਂ ਤੋਂ ਸਟੱਡੀ ਕਰਕੇ ਭਾਵੇਂ ਲਿਖਿਆ ਹੈ, ਪਰੰਤੂ ਜਦ ਤੱਕ ਤੁਹਾਡੇ ਅੰਦਰ ਕਿਤੇ ਕੋਈ ਸੰਵੇਦਨਾ ਨਹੀਂ ਪਈ ਰਾਈਟਰ ਦੇ, ਮੈਂ ਕਹਿੰਦਾ ਕਿ ਅਨੁਭਵ ਗਾਵੇ ਰਾਗੀ ਉਹ ਹੁੰਦਾ ਆ, ਪਰੰਤੂ ਅਨੁਭਵ ਦੇ ਨਾਲ ਜੇ ਤੁਸੀਂ ਦੂਜਿਆਂ ਦੀ, ਤੁਹਾਡੇ ਅੰਦਰ ਸੰਵੇਦਨਾ ਨਹੀਂ ਆ, ਫਿਰ ਅਨੁਭਵ ਕੱਚਾ ਅਨੁਭਵ ਹੁੰਦਾ ਆ। ਔਰ ਇਸ ਨਾਵਲ ਨੂੰ ਮੈਂ ਸਲਾਮ ਕਰਦਿਆਂ ਮੇਰੇ ਖਿਆਲ ਨਾਲ ਮੈਨੂੰ ਇਹ ਕਹਿਣਾ ਤਾਂ ਨਹੀਂ ਬਣਦਾ ਹੀ ਨਹੀਂ ਹੈ ਮੈਨੂੰ ਕਿ ਮੈਂ ਤੁਹਾਨੂੰ ਪੜ੍ਹਨ ਦੀ ਸਿਫਾਰਿਸ਼ ਕਰਦਾ। ਮੇਰੀਆਂ ਗੱਲਾਂ ਸੁਣੋਗੇ ਤੁਸੀਂ ਪੜ੍ਹਨ ਲਈ ਮਜਬੂਰ ਹੋ ਜਾਓਗੇ। ਤੁਹਾਡੀ ਬਹੁਤ ਮਿਹਰਬਾਨੀ।